ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ। ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾ। ਥਿਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਵਿਸਵੇ ਚਸਿਆ ਘੜੀਆਂ ਪਹਿਰਾ। ਥਿਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ। ਸਤਿਗੁਰੂ ਦੀ ਕਿਰਪਾ ਦਾ ਸਦਕਾ ਨਿਤਨੇਮ ਦੀ ਬਾਣੀ ਸੋਹਿਲਾ ਸਾਹਿਬ ਦੀ ਪਵਿੱਤਰ ਵਿਚਾਰ ਚੱਲ ਰਹੀ ਹੈ। ਸੋਹਿਲਾ ਬਾਣੀ ਦੇ 5 ਸ਼ਬਦ ਹਨ। ਪਹਿਲਾ ਸ਼ਬਦ ਜੈ ਕਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ। ਇਹਦੀ ਵਿਚਾਰ ਆਪ ਜੀ ਨੇ ਕੱਲ੍ਹ ਸੁਣ ਲਈ ਹੈ। ਅੱਗੇ ਇਸ ਬਾਣੀ ਦਾ ਦੂਸਰਾ ਸ਼ਬਦ ਛੇ ਘਰ ਛੇ ਗੁਰ ਛੇ ਉਪਦੇਸ਼ ਆਰੰਭ ਹੁੰਦਾ ਹੈ। ਆਓ ਇਕਾਗਰਤਾ ਦੇ ਸਹਿਤ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਦੇ ਹਾਂ। ਸਾਰੇ ਇੱਕ ਵਾਰ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਪਹਿਲਾ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 12 ਅੰਗ ਤੋਂ ਆਰੰਭ ਹੁੰਦਾ ਹੈ ਅਤੇ 13 ਅੰਗ 'ਤੇ ਜਾ ਕੇ ਸੰਪੂਰਨ ਹੁੰਦਾ ਹੈ। ਰਾਗ ਆਸਾ। ਆਸਾ ਰਾਗ ਦੇ ਅੰਦਰ ਆਸਾ ਰਾਗ ਦੇ ਅੰਤਰਗਤ ਇਹ ਪਾਵਨ ਸ਼ਬਦ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੁਨੀਆ ਦੇ ਤਾਰਨਹਾਰ
ਉਹਨਾਂ ਦੀ ਰਸਨਾ ਤੋਂ ਇਹ ਪਾਵਨ ਇਲਾਹੀ ਬੋਲ ਸਾਡੇ ਉਧਾਰ ਦੇ ਲਈ ਇਸ ਦੁਨੀਆ ਦੇ ਉੱਤੇ ਪ੍ਰਗਟ ਹੋਏ। ਇਹ ਸ਼ਬਦ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੇ ਗਰੀਬ ਨਵਾਜ ਪਾਤਸ਼ਾਹ, ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ ਕਿ ਇਸ ਭਾਰਤ ਵਰਸ਼ ਦੀ ਭੂਮੀ ਦੇ ਅੰਦਰ ਨਾਨਾ ਤਰ੍ਹਾਂ ਦੇ ਮਤ ਮਤਾਂਤਰਾਂ ਦਾ ਪ੍ਰਚਾਰ ਚੱਲਦਾ ਹੈ ਅਤੇ ਕਈ ਤਰ੍ਹਾਂ ਦੇ ਲੋਕ ਕਈ ਤਰ੍ਹਾਂ ਦੀਆਂ ਵਿਚਾਰਾਂ ਵੱਖੋ ਵੱਖਰੀਆਂ ਦਿੰਦੇ ਹਨ। ਹੇ ਗਰੀਬ ਨਵਾਜ ਪਾਤਸ਼ਾਹ, ਹੋਰ ਤੇ ਹੋਰ ਜੇ ਹਿੰਦੂ ਮਤ ਦਾ ਹੀ ਵੇਖ ਲਈਏ ਤੇ ਉਹ 6 ਸ਼ਾਸਤਰਾਂ ਦੀ ਗੱਲ ਕਰਦੇ ਆ। 18 ਪੁਰਾਣ ਹਨ, 27 ਸਿਮਰਤੀਆਂ ਹਨ, 4 ਵੇਦ ਹਨ ਤੇ ਅੱਗੇ ਉਪਨਿਸ਼ਦਾਂ ਹਨ ਜਿਹੜੀਆਂ ਦੀ ਗਿਣਤੀ ਸੈਂਕੜੇ ਬਣ ਜਾਂਦੀ ਹੈ। ਤੇ ਗੁਰੂ ਪਾਤਸ਼ਾਹ ਜੀ ਦੂਜੇ ਪਾਸੇ ਪੱਛਮੀ ਮੱਤ ਹਨ, ਇਸਲਾਮ ਦੇ ਹਨ, ਉਹਨਾਂ ਦੀਆਂ ਕਿਤਾਬਾਂ ਹਨ, ਕੁਰਾਨ ਹੈ, ਹਦੀਸਾਂ ਹਨ, ਫਿਰ ਜ਼ੰਬੂਰ ਹੈ, ਤੌਰੇਤ ਹੈ, ਅੰਜੀਲ ਹੈ ਈਸਾਈਆਂ ਦੀ। ਸਾਰਿਆਂ ਦੇ ਆਪੋ ਆਪਣੇ ਵਿਚਾਰ। ਜੇ ਆਪਾਂ 6 ਸ਼ਾਸਤਰਾਂ ਦੀ ਉਹ ਗੱਲ ਕਰੀਏ ਤੇ 6 ਸ਼ਾਸਤਰ ਇੱਕ ਮਤ ਦੇ ਹੋ ਕੇ ਇਹਨਾਂ ਦੇ ਵਿਚਾਰ ਵੱਖੋ ਵੱਖਰੇ ਚੱਲਦੇ ਆ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾਓ ਕਿ ਅਸੀਂ ਕਿਸ ਤਰ੍ਹਾਂ ਦਾ ਉਪਦੇਸ਼ ਗ੍ਰਹਿਣ ਕਰੀਏ ਔਰ ਕਿਹੜੀ ਗੱਲ ਨੂੰ ਮੰਨੀਏ, ਕਿਉਂਕਿ ਗੁਰਸਿੱਖ ਨੂੰ ਇਹ ਕਿਤੇ ਮਨਾ ਨਹੀਂ ਨਾ ਕੀਤਾ ਗੁਰੂ ਸਾਹਿਬ ਨੇ ਕਿ ਗੁਰਸਿੱਖ ਦੂਜੇ ਮੱਤ ਦੇ ਗ੍ਰੰਥ ਨੂੰ, ਧਾਰਮਿਕ ਪੁਸਤ ਨੂੰ ਵਾਚੇ ਨਾ, ਵੇਖੇ ਨਾ, ਪੜ੍ਹੇ ਨਾ। ਐਸਾ ਨਹੀਂ ਹੈ। ਗੁਰਸਿੱਖ ਨੂੰ ਸਗੋਂ ਤਾਕੀਦ ਹੈ ਕਿ ਗੁਰੂ ਕਾ ਸਿੱਖ ਜਿਹੜਾ ਹੈ, ਗੁਰਮੁਖ ਹੈ, ਉਹ ਹੋਰਨਾਂ ਮਤ ਮਤਾਂਤਰਾਂ ਦੇ ਗ੍ਰੰਥਾਂ ਨੂੰ ਵੀ ਸਮਾਂ ਲੱਗੇ ਵਾਚੇ, ਪੜ੍ਹੇ ਜ਼ਰੂਰ। ਪਰ ਖਿਆਲ ਇਹ ਰੱਖੇ ਕਿ ਜਿਹੜਾ ਉਹਦਾ ਨਿਸ਼ਚਾ ਹੈ, ਉਹਦੀ ਜਿਹੜੀ ਭਾਵਨਾ ਹੈ, ਉਹ ਕੇਵਲ ਆਪਣੇ ਗੁਰੂ ਪਾਤਸ਼ਾਹ ਦੇ ਉੱਤੇ ਹੋਣੀ ਚਾਹੀਦੀ ਹੈ। ਕਿਉਂ? ਹਰੇਕ ਮੱਤ ਵਾਲੇ ਜੇ ਜੋਗੀਆਂ ਦੀ ਗੱਲ ਕਰੀਏ, ਜੋਗੀ ਕਹਿੰਦੇ ਸਾਡੇ ਵਰਗਾ ਕੋਈ ਨਹੀਂ। ਜੇ ਮੁਸਲਮਾਨਾਂ ਦੀ ਗੱਲ ਕਰੀਏ ਤੇ ਮੁਸਲਮਾਨਾਂ ਸਿਫਤ ਸਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਬੰਦੇ ਸੇ ਜੇ ਪਵੈ ਵਿੱਚ ਬੰਦੀ, ਦੇਖਣ ਕਉ ਦੀਦਾਰ। ਮੁਸਲਮਾਨ ਆਪਣੀ ਸ਼ਰ੍ਹਾ ਦੀਆਂ ਸਿਫਤਾਂ ਕਰੀ ਜਾਂਦੇ ਆ, ਪੜ੍ਹ ਪੜ੍ਹ ਕੇ ਵਿਚਾਰਾਂ ਕਰ ਕਰ ਦੱਸੀ ਜਾਂਦੇ ਆ, ਸਾਡੀ ਸ਼ਰ੍ਹਾ ਆਹ ਕਹਿੰਦੀ ਆ, ਸਾਡੀ ਸ਼ਰ੍ਹਾ ਆਹ ਕਹਿੰਦੀ ਆ, ਸਾਡੀ ਇਉਂ ਕਹਿੰਦੀ ਹੈ। ਅਤੇ ਕਹਿੰਦੇ ਬੰਦੇ ਤਾਂ ਉਹੀ ਨੇ ਜਿਹੜੇ ਸਾਡੀ ਬੰਦੀ ਜਣੀ ਸਾਡੀ ਸ਼ਰ੍ਹਾ ਅਨੁਸਾਰ ਚੱਲਦੇ ਆ, ਬਾਕੀ ਤਾਂ ਕੋਈ ਚੰਗਾ ਹੀ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਉਪਦੇਸ਼ ਨੂੰ ਗੁਰਸਿੱਖ ਮੰਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਰਹਾਉ ਵਾਲੀ ਪੰਕਤੀ ਉਹਦੇ ਵਿੱਚ ਦੱਸਿਆ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਗੁਰਸਿੱਖੋ, ਜਿਸ ਘਰ ਦੇ ਅੰਦਰ, ਜਿਸ ਸ਼ਾਸਤਰ ਦੇ ਅੰਦਰ ਕਰਤੇ ਵਾਹਿਗੁਰੂ ਦੀ ਗੱਲ ਹੋਵੇ। ਸ਼ਾਸਤਰ ਸਾਰੇ ਈਸ਼ਵਰਵਾਦੀ ਨਹੀਂ, ਅਨੀਸ਼ਵਰਵਾਦੀ ਵੀ ਹਨ, ਕਰਮਕਾਂਡੀ ਵੀ ਹਨ, ਐਸੇ ਵੀ ਹਨ ਜਿਹੜੇ ਮੰਨਦੇ ਹੀ ਨਹੀਂ ਪਰਮਾਤਮਾ ਨੂੰ। ਆਤਮਾ ਅਤੇ ਪਰਮਾਤਮਾ, ਜੀਵ ਈਸ਼ ਦੀ ਭੇਦਤਾ ਮੰਨਦੇ ਆ, ਅਭੇਦਤਾ ਨਹੀਂ ਮੰਨਦੇ।
ਥੋੜ੍ਹੀਆਂ ਜਿਹੀਆਂ ਗੱਲਾਂ ਡੂੰਘੀਆਂ ਨੇ, ਕਿਉਂਕਿ ਜੇ ਛੇ ਸ਼ਾਸਤਰਾਂ ਦੀ ਹੁਣ ਥੋੜ੍ਹੀ ਜਿਹੀ ਵਿਚਾਰ ਮੈਂ ਸ਼ੁਰੂ ਕਰ ਦੇਵਾਂ ਥੋੜ੍ਹੀ ਡੂੰਘੀ ਜਿਹੀ ਹੋ ਜਾਂਦੀ ਹੈ। ਅਤੇ ਫਿਰ ਕਈ ਗੱਲਾਂ ਤਾਂ ਜਿਨ੍ਹਾਂ ਨੂੰ ਤਾਂ ਸਾਡੀਆਂ ਹੀ ਨਹੀਂ ਸਮਝ ਪੈਂਦੀਆਂ, ਗੁਰਬਾਣੀ ਦੀ ਵਿਆਖਿਆ ਜੇ ਥੋੜ੍ਹੀ ਜਿਹੀ ਕਿਤੇ ਕੋਸ਼ਕਾਰੀ ਜਾਂ ਅੰਤਰਮੁਖੀ ਕਰ ਦਈਏ, ਉਹ ਸੁਣ ਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਉਹ 'ਤੇ ਸਾਰਾ ਦਿਨ ਲੱਗੀ ਇਸ ਗੱਲ 'ਤੇ ਹੋਇਆ ਵੀ ਜਿਹੜਾ ਭਾਈ ਹੈ ਮੈਕ 'ਤੇ ਬੈਠਾ ਹੈ ਉਹੀ ਵਿਦਵਾਨ ਹੈ ਜਿਹੜਾ ਕਿਸੇ ਸਾਧ ਸੰਤ ਦੀ ਨਿੰਦਿਆ ਕਰਦਾ ਹੈ, ਜਾਂ ਕਿਸੇ ਉੱਚੇ ਪਦਵੀ ਵਾਲੇ ਕਿਸੇ ਸਿੰਘ ਸਾਹਿਬ ਨੂੰ, ਕਿਸੇ ਜਥੇਦਾਰ ਨੂੰ ਜਾਂ ਕਿਸੇ ਮਾਣਯੋਗ ਸ਼ਖਸੀਅਤ ਨੂੰ ਭੰਡਦਾ ਅਤੇ ਕਹਿੰਦੇ ਵੀ ਇਹ ਬੜਾ ਵਿਦਵਾਨ ਹੈ। ਜਿਹੜੇ ਸਰੋਤਿਆਂ ਦੀ ਸੁਰਤ ਇੱਥੇ ਫਸੀ ਹੈ ਅਤੇ ਉਹਨਾਂ ਨੂੰ ਜੇ ਤੁਸੀਂ ਈਸ਼ਵਰਵਾਦੀ, ਅਨੀਸ਼ਵਰਵਾਦੀ ਅਤੇ ਨਿਆਏ, ਵੈਸ਼ੇਖਕ, ਸ਼ਾਂਖ, ਪਤੰਜਲੀ, ਵੇਦਾਂਤ ਇਤਿਆਦਿਕ ਇਹਨਾਂ ਸ਼ਾਸਤਰਾਂ ਦੀਆਂ ਕਿਤੇ ਤੁਸੀਂ ਪੂਰਵ ਮੀਮਾਂਸਾ ਇਤਿਆਦਿਕ ਦੀਆਂ ਵਿਚਾਰਾਂ ਕਰਕੇ ਸੁਣਾਉਣ ਲੱਗ ਜਾਓ ਅਤੇ ਇਹਨਾਂ ਨੂੰ ਵੱਖੋ ਵੱਖਰੀਆਂ ਵਿਚਾਰਾਂ ਦੱਸੀ ਚੱਲੋ, ਅਤੇ ਪਹਿਲਾਂ ਤਾਂ ਦੱਸੋਗੇ ਤੁਸੀਂ, ਪਹਿਲਾਂ ਤਾਂ ਇਹਨਾਂ ਨੇ ਉਹਦੇ ਨਾਲ ਹੀ ਸਹਿਮਤ ਹੋ ਜਾਣਾ ਜਿਹੜੀ ਗੱਲ ਤੁਸੀਂ ਦੱਸੋਗੇ। ਫਿਰ ਤੁਸੀਂ ਨਖੇੜੋਗੇ ਅਤੇ ਫਿਰ ਉਹਦੇ ਵਿੱਚੋਂ ਕੱਢ ਕੇ ਲਿਆਉਂਗੇ ਵੀ ਆਹ ਠੀਕ ਹੈ ਜਾਂ ਨਹੀਂ। ਬੜਾ ਉਲਝਣ ਤਾਣੀ 'ਚ ਪੈਣ ਵਾਲਾ ਕੰਮ ਹੈ। ਵੈਸੇ ਉਂਝ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਇਹ ਹੈ ਕਿ ਗੁਰੂ ਕਾ ਸਿੱਖ ਭਾਵੇਂ ਠੀਕ ਹੈ ਇਹਨਾਂ ਦੇ ਆਪਸ ਵਿੱਚ ਬੜੇ ਮਤ ਮਤਾਂਤਰਾਂ ਦੇ ਇੱਕ ਦੂਜੇ ਦੇ ਨਾਲ ਝਗੜੇ ਵੀ ਚੱਲਦੇ ਆ, ਇੱਕ ਦੂਜੇ ਦੀ ਗੱਲ ਵੀ ਕੱਟਦੇ ਆ, ਇੱਕ ਦੂਜੇ ਦਾ ਵਿਰੋਧ ਵੀ ਕਰਦੇ ਆ, ਪਰ ਗੁਰੂ ਕੇ ਸਿੱਖ ਨੇ ਆਪਣੇ ਗੁਰੂ ਦੀ ਗੱਲ ਮੰਨਣੀ ਹੈ। ਗੁਰਬਾਣੀ ਤੋਂ ਵੱਡਾ ਕੋਈ ਗ੍ਰੰਥ, ਵੇਦ, ਸ਼ਾਸਤਰ ਦੁਨੀਆ ਦਾ ਕੋਈ ਨਹੀਂ ਹੈ। ਗੁਰੂ ਕੀ ਬਾਣੀ, ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਭਾਵੇਂ ਦਸਮ ਪਿਤਾ ਦੀ ਬਾਣੀ ਹੈ, ਜਾਂ ਗੁਰੂਆਂ ਵੱਲੋਂ ਪ੍ਰਮਾਣਿਕ ਬਾਣੀ ਹੈ। ਗੁਰੂ ਕੇ ਸਿੱਖ ਦੇ ਲਈ ਉਹੀ ਜੀਵਨ ਦਾ ਰਾਹਨੁਮਾ ਹੋਣਾ ਚਾਹੀਦਾ। ਉਹ ਬਾਕੀ ਦੇ ਧਾਰਮਿਕ ਸ਼ਾਸਤਰ ਗ੍ਰੰਥਾਂ ਦਾ ਮਾਣ ਸਤਿਕਾਰ ਹੈ, ਅਦਬ ਹੈ, ਪਰ ਸਿਧਾਂਤਕ ਤੌਰ 'ਤੇ ਪਹਿਲ ਆਪਣੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਦੇਣੀ ਹੈ। ਇਸ ਕਰਕੇ ਮਹਾਰਾਜ ਨੇ ਆਖਿਆ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਬਾਬਾ ਗੁਰਮੁਖੋ, ਜਿਸ ਘਰ ਵਿੱਚ ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਜਣੀ ਵਡਿਆਈ ਹੋਵੇ, ਸੋ ਘਰ ਰਾਖ ਵਡਾਈ ਤੋਏ। ਉਹ ਘਰ, ਉਹ ਵਿਚਾਰ ਮਹਾਰਾਜ ਕਹਿੰਦੇ ਤੁਹਾਨੂੰ ਵਡਿਆਈ ਦੇਵੇਗੀ। ਉਹ ਘਰ ਨੂੰ ਆਪਣੇ ਹਿਰਦੇ 'ਚ ਰੱਖ ਸਕਦੇ ਹੋ, ਉਸ ਵਿਚਾਰ ਨੂੰ ਆਪਣੇ ਹਿਰਦੇ 'ਚ ਰੱਖ ਸਕਦੇ ਹੋ। ਉਂਝ ਫਿਰ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਨੇ ਦੱਸਿਆ, ਛੇ ਘਰ, ਛੇ ਗੁਰ, ਛੇ ਉਪਦੇਸ਼। ਛੇ ਘਰ ਹਨ, ਜਾਣੀ ਛੇ ਸ਼ਾਸਤਰ ਹਨ। ਛੇ ਸ਼ਾਸਤਰ ਹਨ ਜਿਨ੍ਹਾਂ ਦਾ ਪਹਿਲਾਂ ਮੈਂ ਬਿਆਨ ਕਰ ਚੁੱਕਾ ਕਿ ਨਿਆਏ ਹੈ, ਵੈਸ਼ੇਖਿਕ ਹੈ, ਪਤੰਜਲੀ ਦਾ ਲਿਖਿਆ ਯੋਗ ਦਰਸ਼ਨ ਹੈ, ਪੂਰਵ ਮੀਮਾਂਸਾ ਹੈ ਅਤੇ ਵੇਦਾਂਤ ਹੈ, ਵੇਦ ਵਿਆਸ ਦਾ। ਛੇ ਹਨ, ਛੇ ਘਰ, ਛੇ ਗੁਰ। ਇਹਨਾਂ ਸਾਰਿਆਂ ਦੇ ਲਿਖਣ ਵਾਲੇ ਛੇ ਗੁਰੂ ਜਣੀ ਇਹਨਾਂ ਦੇ ਹਨ, ਆਚਾਰੀਆ ਜਿਨ੍ਹਾਂ ਨੇ ਲਿਖੇ ਹਨ। ਛੇ ਉਪਦੇਸ਼, ਇਹ ਛੇਆਂ ਦੇ ਛੇ ਹੀ ਉਪਦੇਸ਼ ਨੇ। ਕੋਈ ਈਸ਼ਵਰਵਾਦੀ ਹੈ, ਕੋਈ ਅਨੀਸ਼ਵਰਵਾਦੀ ਹੈ, ਕੋਈ ਦਰੱਵਾਂ ਨੂੰ ਮੰਨਦਾ ਹੈ, ਪਦਾਰਥਾਂ ਨੂੰ ਮੰਨਦਾ ਹੈ, ਕੋਈ ਘੱਟ ਗਿਣਤੀ, ਕੋਈ ਪਰਮਾਣੂ ਨੂੰ ਮੰਨਦਾ ਹੈ, ਕੋਈ ਜਿਵੇਂ ਸ਼ਾਂਖ ਇਤਿਆਦਿਕ ਹੈ, ਕਰਮਕਾਂਡ ਨੂੰ ਮੰਨਦਾ ਹੈ। ਜਿਹੜਾ ਯੋਗ ਹੈ ਉਹਦੇ ਫਿਰ ਅੱਗੇ ਪਾਠ ਬਣ ਜਾਂਦੇ ਆ, ਯਮ, ਨੇਮ ਇਤਿਆਦਿਕ ਜਿਹੜੇ ਹਨ, ਧਾਰਨਾ, ਧਿਆਨ, ਸਮਾਧੀ ਇਤਿਆਦਿਕ। ਜਿਹੜਾ ਵੇਦਾਂਤ ਹੈ ਉਹ ਫਿਰ ਜੀਵ ਈਸ਼ ਦੀ ਅਭੇਦਤਾ ਦੀ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ ਵਿਵੇਕ ਹੋਣਾ ਚਾਹੀਦਾ, ਵੈਰਾਗ ਹੋਣਾ ਚਾਹੀਦਾ, ਛਠ ਸੰਪੱਤੀ ਹੋਣੀ ਚਾਹੀਦੀ ਹੈ, ਮਮੋਕਸ਼ ਇੱਛਾ ਹੋਣੀ ਚਾਹੀਦੀ ਹੈ। ਇਹ ਚੀਜ਼ਾਂ ਦੇ ਨਾਲ ਨਾਲ ਫਿਰ ਅੱਗੇ
ਸਭ ਕੁਝ ਸੁਪਨਾ ਹੀ ਆ। ਉਹ ਕਹਿੰਦਾ ਭਰਮੇ ਆ, 5 ਪ੍ਰਕਾਰ ਦੇ ਭਰਮ ਮੰਨਦਾ। ਜਦੋਂ ਭਰਮ ਟੁੱਟ ਜਾਂਦੇ ਆ ਕਹਿੰਦਾ ਫਿਰ ਚਾਰੇ ਪਾਸੇ ਇੱਕ ਈਸ਼ਵਰ ਦੀ ਅਨੁਭੂਤੀ ਹੋ ਜਾਂਦੀ ਹੈ। ਅਗਰ ਵੇਦਾਂਤ ਨੂੰ ਜ਼ਿਆਦਾ ਜਾਣਨਾ ਹੋਏ ਤਾਂ ਵੇਦਾਂਤ ਦਾ ਬਹੁਤ ਵਿਸਥਾਰ ਸ਼ੰਕਰਾਚਾਰੀਆ ਨੇ ਬਹੁਤ ਕੀਤਾ ਹੈ। ਉਹਦੇ ਬੜੇ ਪਿਆਰੇ ਗ੍ਰੰਥ ਹਨ। ਔਰ ਅਪਰੋਕਸ਼ ਅਨੁਭੂਤੀ, ਅਥ ਪੰਚੀਕਰਣਾ, ਤਤਮ ਬੋਧਾ, ਆਤਮ ਬੋਧਾ, ਅਥ ਪੰਚੀਕਰਣਾ, ਵਿਵੇਕ ਚੂੜਾਮਣ ਇਤਿਆਦਿਕ, ਇਹ ਜਿਹੜੇ ਵੇਦਾਂਤ ਨਾਲ ਸੰਬੰਧਿਤ ਨੇ। ਇੱਕ ਦੋ ਗ੍ਰੰਥ ਐਸੇ ਵੀ ਹੈ ਜਿਹੜੇ ਵਿੱਚ ਉਹਨਾਂ ਭਜਨ ਬਾਣੀ ਬੰਦਗੀ ਦੀ ਵੀ ਗੱਲ ਕੀਤੀ ਹੈ। ਭਜ ਗੋਬਿੰਦਮ, ਉਹਦੇ ਵਿੱਚ ਨਾਮ ਦੀ ਗੱਲ ਕੀਤੀ। ਇੱਕ ਥੋੜ੍ਹੇ ਦਿਨ ਪਹਿਲਾਂ ਹੀ ਰਾਤ ਨੂੰ ਅਸੀਂ ਬੈਠੇ ਬੈਠੇ ਸਾਰੇ ਸਿੰਘਾਂ ਨੂੰ ਮੈਂ ਪੜ੍ਹਾਇਆ ਸੀ, ਛੋਟਾ ਜਿਹਾ ਗ੍ਰੰਥ ਸੀ ਉਹਨਾਂ ਦਾ। ਉਹਦੇ ਵਿੱਚ ਪ੍ਰਸ਼ਨੋਤਰੀ ਸੀ, ਮੁਕਤਾਵਲੀ ਸੀ। ਉਹ ਵੀ ਕਾਫੀ ਅੱਛਾ ਗ੍ਰੰਥ ਹੈ, ਸੰਸਕ੍ਰਿਤ ਦੇ ਗ੍ਰੰਥ ਹੈ ਇਹ, ਵੇਦਾਂਤ ਨਾਲ ਸੰਬੰਧਿਤ ਹਨ। ਤਾਂ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਵੀ 6 ਸ਼ਾਸਤਰ ਹਨ, 6 ਘਰ, 6 ਗੁਰ, 6 ਇਹਨਾਂ ਦੇ ਆਚਾਰੀਆ ਹਨ, 6 ਉਪਦੇਸ਼, ਸਾਰਿਆਂ ਦੇ 6ਾਂ ਦੇ 6 ਹੀ ਉਪਦੇਸ਼ ਹਨ। ਗੁਰ ਗੁਰ ਏਕੋ ਵੇਸ ਅਨੇਕ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਜਿਹੜੇ ਇਹਨਾਂ ਦੇ 6 ਆਚਾਰੀਆ ਹਨ, 6ਾਂ ਦੇ ਗੁਰੂ ਹੋਏ, ਜਿਹੜੇ ਉਚਾਰਨ ਕਰਨ ਵਾਲੇ, ਗੁਰ ਗੁਰ ਏਕੋ, ਇਹਨਾਂ ਆਚਾਰੀਆਂ ਦਾ ਗੁਰੂ ਇੱਕੋ ਹੀ ਆ। ਜਾਣੀ ਈਸ਼ਵਰ ਦੇ ਆਲੇ ਦੁਆਲੇ ਘੁੰਮਦੇ ਆ, ਉਹਦੀ ਉਹ ਗੱਲ ਕਰਦੇ ਆ। ਜੇ ਕੋਈ ਕਹਿੰਦਾ ਨਹੀਂ ਹੈ ਤਾਂ ਉਹ ਵੀ ਇਹ ਝੂਠ ਮਾਰਦਾ ਵੀ ਜੇ ਹੈ ਤਾਂ ਸਿੱਧ ਕਰ। ਨਿਆਂ ਇਤਿਆਦਿਕ, ਵੈਸ਼ੇਖਿਕ ਇਤਿਆਦਿਕ ਪ੍ਰਮਾਣ ਦੀ ਗੱਲ ਕਰਦੇ ਆ। ਯੋਗ ਇਤਿਆਦਿਕ ਸਮਾਧੀ ਦੀ ਗੱਲ ਕਰਦੇ ਆ। ਜਿਹੜਾ ਇਸ ਤਰੀਕੇ ਸ਼ਾਂਖ ਇਤਿਆਦਿਕ ਕਰਮਕਾਂਡ ਦੀ ਗੱਲ ਕਰਦਾ, ਕਰਮ ਨਾਲ ਇਹ ਸਭ ਕੁਝ ਹੋਏਗਾ। ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ, ਜੇ ਕੋਈ ਬੰਦਾ ਸ਼ਾਸਤਰਾਂ ਨੂੰ ਜਾਣਨ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਹੈ ਅਤੇ ਉਹ ਸਾਧ ਸੰਗਤ ਜੀ ਫਿਰ ਗੁਰਬਾਣੀ ਨੂੰ ਪੜ੍ਹ ਕੇ ਇੰਨਾ ਮਸਤ ਖੀਵਾ ਹੋ ਜਾਂਦਾ, ਮੰਨੋ ਕਿ ਉਹਨੂੰ ਇਉਂ ਲੱਗਦਾ ਕਿ ਦੁਨੀਆ ਦੇ ਸਾਰੇ ਸ਼ਾਸਤਰਾਂ ਦਾ, ਗ੍ਰੰਥਾਂ ਦਾ, ਗਿਆਨੀਆਂ ਦਾ, ਮਹਾਤਮਾ ਦਾ ਜੀਵਨ ਦਾ ਅਨੁਭਵ ਗੁਰੂ ਸਾਹਿਬ ਨੇ ਬਾਣੀ 'ਚ ਰੱਖ ਦਿੱਤਾ। ਗੁਰੂ ਸਾਹਿਬ ਨੇ ਕਿਤੇ ਕਿਤੇ ਕਰਮ ਦੀ ਗੱਲ ਕੀਤੀ ਹੈ। ਨੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਹੜਾ ਫਿਰ ਇਹ ਉਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਪੜ੍ਹਿਆ ਹੁੰਦਾ ਜਿਹਨੇ, ਫਿਰ ਉਹ ਕਹਿੰਦਾ ਵਾਹ, ਇਹ ਤਾਂ ਜੀ ਫਲਾਣੀ ਵਿਚਾਰਧਾਰਾ ਨੂੰ ਫੋਲੋ ਕਰਦੀ ਬਾਣੀ। ਜੇ ਕੋਈ ਯੋਗ ਦਰਸ਼ਨ ਵਾਲਾ ਹੋਏਗਾ ਅਤੇ ਫਿਰ ਜਦੋਂ ਅਨਹਦ ਸ਼ਬਦ ਦੀ ਗੱਲ, 5 ਸ਼ਬਦਾਂ ਦੀ ਗੱਲ ਆਉਂਦੀ, ਉਹ ਕਹਿੰਦਾ ਜੀ ਤਾਂ ਯੋਗ ਮਤ ਦੀ ਗੱਲ ਹੈ, ਬਾਣੀ 'ਚ ਤਾਂ ਸਾਰਾ ਹੀ ਯੋਗ ਮਤ ਹੈ। ਜੇ ਕਿਤੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਦੀ ਗੱਲ ਆਉਂਦੀ ਹੈ, ਅਤੇ ਜਿਹੜਾ ਵੇਦਾਂਤਾਚਾਰੀ ਹੈ, ਵੇਦਾਂਤ ਨੂੰ ਜਾਣਨ ਵਾਲਾ, ਉਹ ਕਹਿੰਦਾ ਜੀ ਬਾਣੀ 'ਚ ਤਾਂ ਹੈ ਹੀ ਨਿਰਾ ਵੇਦਾਂਤ ਹੈ। ਵੇਦਾਂਤ ਬਾਣੀ ਦੇ ਨੇੜੇ ਹੈ ਕਈ ਹੱਦ ਤੱਕ, ਪਰ ਜੇ ਸਾਰਾ ਹੀ ਆਖੀਏ ਵੀ ਵੇਦਾਂਤ ਅਨੁਸਾਰ ਬਾਣੀ ਆ, ਫਿਰ ਉਹ ਗੱਲ ਨਹੀਂ ਹੈ। ਸਾਰਾ ਕੁਝ ਨਹੀਂ ਆ, ਬਹੁਤ ਕੁਝ ਵੇਦਾਂਤ ਨੂੰ ਵੇਦਾਂਤ ਦਾ ਗੁਰਬਾਣੀ ਨਾਲ ਮਿਲਦਾ ਜੁਲਦਾ। ਜੇ ਇਸਲਾਮਿਜ਼ਮ ਪੜ੍ਹਨ ਲੱਗ ਜਾਈਏ, ਇਸਲਾਮ ਨੂੰ ਪੜ੍ਹਿਆ ਬੰਦਾ, ਉਹ ਆਖੂਗਾ ਜੀ ਸਭ ਤੋਂ ਪਹਿਲੀ ਗੱਲ ਇੱਕ ਓਂਕਾਰ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ, ਇੱਥੇ ਤਾਂ ਸਾਰਾ ਕੁਝ ਹੈ ਹੀ ਇਸਲਾਮ ਅਨੁਸਾਰ ਹੈ, ਕੋਈ ਮੂਰਤੀ ਪੂਜਾ ਨਹੀਂ ਇਤਿਆਦਿਕ ਬਾਹਰੀ ਤੌਰ 'ਤੇ ਉਹ ਕਹਿ ਸਕਦਾ। ਅਤੇ ਸਾਧ ਸੰਗਤ ਜੇ ਕੋਈ ਪੁਰਾਣਾ ਨੂੰ ਪੜ੍ਹਿਆ ਹੋਵੇ, ਉਹ ਆਖੂਗਾ ਜੀ ਵਾਹ ਵਾਹ, ਗੁਰਬਾਣੀ 'ਚ ਤਾਂ ਕਿੰਨੇ ਪੁਰਾਣਾਂ ਦੇ ਪ੍ਰਮਾਣ ਮਿਲਦੇ ਆ। ਪ੍ਰਹਿਲਾਦ ਦਾ, ਧਰੂ ਦਾ, ਸ਼ਿਵ ਦੀ ਗੱਲ ਆਉਂਦੀ ਆ। ਰਾਮ ਜਿਹਨੇ ਕੋਈ ਰਮਾਇਣ ਇਤਿਆਦਿਕ ਪੜ੍ਹੀ ਹੋਵੇ, ਆਖੇਗਾ ਜੀ ਵਾਹ ਵਾਹ ਵਾਹ, ਰਾਮ ਜੀ ਦਾ ਕਿੰਨਾ ਜ਼ਿਕਰ ਆਉਂਦਾ। ਤਾਂ ਕਹਿਣ ਦਾ ਮਤਲਬ ਹੈ ਇਹ ਹੈ ਮੇਰਾ, ਇੰਨਾ ਕੀ ਕਹਿਣ ਦਾ ਭਾਵ ਹੈ, ਜੇ ਬਾਈਬਲ ਪੜ੍ਹੀ ਹੋਵੇ ਉਹਦੇ ਵਿੱਚੋਂ ਵੀ ਕੁਝ ਸਿਧਾਂਤ ਗੁਰਬਾਣੀ ਨਾਲ ਮਿਲ ਜਾਣਗੇ। ਜਿਵੇਂ ਉਹਦੇ ਵਿੱਚ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਸ਼ਬਦ ਸੀ, ਸ਼ਬਦ ਤੋਂ ਹੀ ਫਿਰ ਅੱਗੇ ਸਾਰੀ ਪ੍ਰਿਥਵੀ ਬਣੀ, ਪ੍ਰਕਿਰਤੀ ਬਣੀ। ਉਹ ਫਿਰ ਇੱਕ ਬਣਾਉਣ ਦਾ ਇਹਨਾਂ ਦਾ ਇੱਕ ਵੱਖਰਾ ਤਰੀਕਾ ਵੀ ਇਉਂ ਬਣੀ। ਤਾਂ ਉਹ ਕਈ ਸਾਰੀਆਂ ਚੀਜ਼ਾਂ
ਨਾਲ ਮਿਲ ਜਾਣਗੀਆਂ। ਕੁਝ ਵਿਗਿਆਨੀ ਵੀ ਹੁਣ ਅੱਜ ਇਹ ਕਹਿਣ ਲੱਗ ਪਏ ਵੀ ਬਾਣੀ ਤਾਂ ਮੇਰੀ ਵਿਗਿਆਨ ਅਨੁਸਾਰ ਹੈ, ਵਿਗਿਆਨ ਇਉਂ ਕਹਿੰਦਾ, ਬਾਣੀ ਵੀ ਇਉਂ ਕਹਿੰਦੀ ਆ। ਇਸ ਤਰੀਕੇ ਸਾਧ ਸੰਗਤ ਵੱਖੋ ਵੱਖਰੇ ਉਪਦੇਸ਼ ਸਾਰੇ ਗੁਰਬਾਣੀ 'ਚੋਂ ਮਿਲ ਜਾਣਗੇ। ਦੁਨੀਆ ਭਰ ਦੇ ਸਾਰੇ ਗ੍ਰੰਥ ਪੜ੍ਹ ਲਓ ਵੱਖੋ ਵੱਖਰੇ, ਤੁਹਾਨੂੰ ਬਾਣੀ ਦੀ ਸਮਝ ਨਹੀਂ ਲੱਗੇਗੀ। ਕੱਲਾ ਕੱਲਾ ਗੁਰਬਾਣੀ, ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ, ਸਾਰੇ ਮਤ ਮਤਾਂਤਰਾਂ ਦਾ ਗਿਆਨ ਗੁਰਬਾਣੀ 'ਚੋਂ ਆ ਜਾਏਗਾ। ਨਹੀਂ ਕੋਈ ਉੱਦਾਂ ਆਮ ਬੰਦਿਆਂ ਦੀ ਆਦਤ ਹੁੰਦੀ ਨਾ ਕਿ ਆਪਣੀ ਗੱਲ ਨੂੰ ਵੱਡੀ ਕਰਕੇ ਕਹਿਣਾ, ਉਹ ਗੱਲ ਨਹੀਂ ਹੈ, ਸੱਚਾਈ ਹੈ। ਅਗਰ ਕਦੇ ਸਮਾਂ ਲੱਗੇ, ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਿਤਾਬ ਛਪਦੀ ਹੈ, ਸਰਬੋਤਮ ਖਾਲਸਾ ਪੰਥ ਤੇ ਗ੍ਰੰਥ ਸਰਬੋਤਮ ਰਾਮ ਤੀਰਥ ਦੰਡੀ ਸੰਨਿਆਸੀ ਜੀ ਵੱਲੋਂ, ਇੱਕ ਹਿੰਦੂਆਂ ਦੇ ਦੰਡੀਆਂ ਦੇ ਵਿੱਚੋਂ ਸਭ ਤੋਂ ਵੱਡਾ ਫਿਰਕਾ ਦੰਡੀ ਸੰਨਿਆਸੀਆਂ ਦਾ, ਉਹਨਾਂ ਦੇ ਮੁਖੀ ਸਨ ਜਿਹੜੇ, ਉਹਨਾਂ ਨੇ ਲਿਖੀ ਸੀ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਸੀ, ਉਹਨਾਂ ਐਡੇ ਵੱਡੇ ਵਿਦਵਾਨ ਸਨ ਦੰਡੀ ਸੰਨਿਆਸੀ, ਕੋਈ ਆਮ ਨਹੀਂ ਹੁੰਦਾ। ਜੇ ਕਿਤੇ ਇਹਨਾਂ ਬਾਰੇ ਜਾਣਕਾਰੀ ਲਓਗੇ, ਨੈੱਟ ਉੱਤੇ ਸਰਚ ਕਰਿਓ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਹੁੰਦੇ ਕੀ ਹੈ। ਉਹਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਖਾਲਸਾ ਪੰਥ ਦੀਆਂ ਰਹੁ ਰੀਤਾਂ ਤੋਂ ਜਾਣੂ ਹੋਏ, ਉਹਨਾਂ ਇਹ ਇਕਬਾਲ ਕੀਤਾ, ਉਹਨਾਂ ਇਹ ਮੰਨਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਵੱਡਾ ਦੁਨੀਆ 'ਤੇ ਕੋਈ ਗ੍ਰੰਥ ਸ਼ਾਸਤਰ ਨਹੀਂ। ਐਡੇ ਵੱਡੇ ਵਿਦਵਾਨ ਸਨ। ਅਤੇ ਖਾਲਸਾ ਪੰਥ ਦੀਆਂ ਜਿਹੜੀਆਂ ਲਾਮਿਸਾਲ ਰਹੁ ਰੀਤਾਂ ਨੇ, ਇਹਨਾਂ ਵਰਗੀ ਰੀਤ ਕੋਈ ਨਹੀਂ। ਅਤੇ ਉਹਨੇ ਆਖਿਆ ਵੀ ਜੇਕਰ ਮੈਂ ਅਗਲੀ ਵਾਰੀ ਜਨਮ ਲਵਾਂਗਾ, ਮਰ ਕੇ ਫੇਰ ਆਵਾਂਗਾ, ਅਤੇ ਮੈਂ ਸਿੱਖ ਬਣ ਕੇ ਜਨਮ ਲੈਣਾ ਪਸੰਦ ਕਰਾਂਗਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਂ ਅਤੇ ਖਾਲਸਾ ਪੰਥ ਦੀਆਂ ਰਹੁ ਰੀਤਾਂ ਅਨੁਸਾਰ ਆਪਣਾ ਜੀਵਨ ਜਿਉਵਾਂ। ਉਹ ਇਹ ਗੱਲ ਦਾ ਮਾਣ ਨਾਲ ਉਹਨੇ ਇਹ ਗੱਲ ਆਖੀ ਔਰ ਲਿਖੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਤਾਬ ਛਪਦੀ ਹੈ, ਲੱਖਾਂ ਦੀ ਗਿਣਤੀ 'ਚ ਛਪਵਾ ਕੇ ਵੰਡ ਦਿੱਤੀ ਗਈ ਹੈ। ਤਾਂ ਇਸ ਤਰੀਕੇ ਮਹਾਰਾਜ ਨੇ ਆਖਿਆ, 6 ਘਰ 6 ਗੁਰ 6 ਉਪਦੇਸ਼, 6 ਘਰ ਹਨ, ਸ਼ਾਸਤਰ ਹਨ, 6 ਗੁਰ, 6 ਉਹਨਾਂ ਦੇ ਜੈਮਨ ਇਤਿਆਦਿਕ, ਪਤੰਜਲੀ ਇਤਿਆਦਿਕ, ਬਿਆਸ ਇਤਿਆਦਿਕ, ਇਹਨਾਂ ਦੇ ਵਿਦਵਾਨ ਜਿਹੜੇ ਰਚੇਤੇ ਹਨ, ਗੁਰੂ ਹਨ। 6 ਉਪਦੇਸ਼, ਇਹਨਾਂ ਦੇ 6 ਹੀ ਉਪਦੇਸ਼ ਹਨ। ਗੁਰ ਗੁਰ ਏਕੋ ਵੇਸ ਅਨੇਕ। ਇਹ ਜਿਹੜੇ 6 ਦੇ 6 ਸ਼ਾਸਤਰਾਂ ਨੂੰ ਲਿਖਣ ਵਾਲੇ ਸ਼ਾਸਤਰਕਾਰ ਹੋਏ, ਇਹਨਾਂ ਦਾ ਗੁਰੂ, ਇਹਨਾਂ ਦਾ ਆਚਾਰੀਆ ਜਾਂ ਇਹਨਾਂ ਦਾ ਧੇ ਇੱਕੋ ਹੀ ਹੈ, ਪ੍ਰਮਾਤਮਾ। ਵੇਸ ਅਨੇਕ, ਇਹਨਾਂ ਦੇ ਪਹਿਰਾਵੇ ਵੱਖੋ ਵੱਖਰੇ ਹੈ। ਹੁਣ ਗੱਲ ਸਮਝ ਲੱਗ ਜਾਏ, ਮੈਂ ਤੁਹਾਨੂੰ ਸਮਝਾਉਣਾ। ਕਿਰਿਆ 'ਚ ਫਰਕ ਹੈ, ਨਿਸ਼ਾਨੇ 'ਚ ਫਰਕ ਨਹੀਂ। ਕਿਵੇਂ? ਉਦਾਹਰਨ ਦੇਣਾ, ਪੁਰਾਤਨ ਉਦਾਹਰਨ ਹੈ, ਮਹਾਂਪੁਰਸ਼ ਦਿੰਦੇ ਹੁੰਦੇ ਸਨ ਸੰਪਰਦਾ ਦੇ, ਉਹੀ ਮੈਂ ਤੁਹਾਨੂੰ ਦੱਸ ਰਿਹਾ। ਉਦੋਂ ਵਧੀਆ ਉਦਾਹਰਨ ਮੈਨੂੰ ਲੱਭੀ ਨਹੀਂ, ਮੈਂ ਯਤਨ ਕੀਤਾ ਸੀ ਵੀ ਕੋਈ ਲੱਭ ਲਵਾਂ, ਪਰ ਮੈਨੂੰ ਮਿਲੀ ਨਹੀਂ। ਮਹਾਂਪੁਰਸ਼ ਉਦਾਹਰਨ ਦਿੰਦੇ ਸਨ, ਕਹਿੰਦੇ ਜਿਵੇਂ ਇੱਕ ਕੋਈ ਸ਼ਾਹੂਕਾਰ ਹੋਵੇ, ਵੱਡਾ ਸ਼ਾਹੂਕਾਰ ਕਿਤੇ ਬਾਹਰ ਚੱਲਾ ਹੋਵੇ, ਆਪਣੇ ਨਾਲ ਆਪਣੇ 6 ਨੌਕਰਾਂ ਨੂੰ ਲੈ ਕੇ ਜਾਵੇ, 6 ਕਾਮਿਆਂ ਨੂੰ। ਜਾਂਦੇ ਜਾਂਦੇ ਸ਼ਾਹੂਕਾਰ ਆਖੇ 6 ਨੂੰ ਵੀ ਮੈਨੂੰ ਭੁੱਖ ਲੱਗੀ ਹੈ ਬਈ, ਮੈਨੂੰ ਕਾਹਲੀ ਪੈ ਰਹੀ ਆ, ਭੁੱਖ ਨਾਲ ਇਉਂ ਕਰੋ, ਰੋਟੀ ਪਾਣੀ ਪ੍ਰਸ਼ਾਦੇ ਦਾ ਇੰਤਜ਼ਾਮ ਕਰੋ। ਹੁਣ 6 ਜਣੇ ਆ ਨਾ, ਉਹਨੇ 6 ਨੂੰ ਕਹਿ ਦਿੱਤਾ ਵੀ ਪ੍ਰਸ਼ਾਦਾ ਤਿਆਰ ਕਰੋ। 6 ਨੇ ਆਪੋ ਆਪਣਾ ਕੰਮ ਕਰ ਲਿਆ, ਆਪਸ ਵਿੱਚ ਮਤਾ ਕਰ ਲਿਆ। ਉਹ ਇੱਕ ਕਹਿੰਦਾ ਵੀ ਲੈ ਵੀ ਮੈਂ ਲਿਆਉਣਾ ਲੱਕੜਾਂ, ਦੂਜਾ ਕਹਿੰਦਾ ਕੋਈ ਨਾ ਮੈਂ ਲਿਆਉਣਾ ਆਟਾ ਰਾਸ਼ਨ, ਤੀਜਾ ਕਹਿੰਦਾ ਕੋਈ ਨਾ ਮੈਂ ਸਬਜ਼ੀ ਤਿਆਰ ਕਰਦਾ, ਚੌਥਾ ਕਹਿੰਦਾ ਮੈਂ ਚੁੱਲ੍ਹਾ ਚਾਲਾ ਬਣਾਉਣਾ ਤਿਆਰ ਕਰਦਾ, ਪੰਜਵਾਂ ਕਹਿੰਦਾ ਮੈਂ ਪਾਣੀ ਪੂਣੀ ਲਿਆਉਣਾ, 6ਵਾਂ ਭਾਂਡੇ ਭੂੰਡੇ ਤਿਆਰ ਕਰਨ ਲੱਗ ਗਿਆ। ਹੁਣ ਜਦੋਂ 6 ਦੀ ਕਿਰਿਆ ਵੇਖੋਗੇ, ਇੱਕ ਸ਼ਹਿਰ ਨੂੰ ਚੱਲ ਗਿਆ ਆਟਾ ਪਾਣੀ ਲੈਣ, ਇੱਕ ਜੰਗਲ ਨੂੰ ਚੱਲ ਗਿਆ ਲੱਕੜਾਂ ਲੈਣ,
ਇੱਕ ਜਣੇ ਨੇ ਬਾਹਾਂ ਚਾੜ ਲਈਆਂ ਤੇ ਰੇਤਾ 'ਚ ਵੜ ਗਿਆ ਤੇ ਜਿਉਣ ਲੱਗਿਆ ਭਾਂਡੇ ਭੁੰਡੇ ਸੋਧਣ। ਇੱਕ ਜਣੇ ਨੇ ਮਿੱਟੀ ਗੁੰਨ ਲਈ ਚੁੱਲ੍ਹੇ ਨੂੰ ਲਿਪਣ ਦੇ ਲਈ। ਉਹ ਛੇਆਂ ਨੇ ਵੱਖੋ ਵੱਖਰਾ ਕੰਮ ਕੀਤਾ ਨਾ। ਜੇ ਤਾਂ ਉਹਨਾਂ ਦੀ ਕਿਰਿਆ 'ਤੇ ਜਾਊਂਗੇ, ਇੱਕ ਜਣਾ ਪਾਣੀ ਕੱਢ ਰਿਹਾ, ਇੱਕ ਜਣਾ ਅੱਗ ਬਾਲ ਰਿਹਾ, ਉਹ ਇੱਕ ਦੂਜੇ ਦੇ ਵਿਰੋਧੀ ਲੱਗਣਗੇ ਨਾ। ਵੀ ਉਹ ਪਾਣੀ ਨਾਲ ਖੇਡ ਰਿਹਾ, ਉਹ ਅੱਗ ਦੀ ਗੱਲ ਕਰ ਰਿਹਾ, ਉਹ ਲੱਕੜਾਂ ਲੈ ਕੇ ਆ ਰਿਹਾ, ਉਹ ਰੋਟੀਆਂ ਦੇ ਲਈ ਆਟਾ ਲਈ ਆਉਂਦਾ, ਉਹ ਘੀ ਲਈ ਆਉਂਦਾ। ਕਿਰਿਆ 'ਚ ਫਰਕ ਹੈ। ਪਰ ਜਦੋਂ ਉਹਨਾਂ ਦਾ ਨਿਸ਼ਾਨਾ ਦੇਖੋਗੇ, ਧੇ ਦੇਖੋਗੇ, ਤਾਂ ਉਹ 6 ਦੇ 6 ਕੰਮ ਇਸ ਲਈ ਕਰ ਰਿਹਾ ਕਿ ਮਾਲਕ ਨੇ ਆਖਿਆ ਪ੍ਰਸ਼ਾਦਾ ਤਿਆਰ ਕਰੀਏ। ਕੰਮ ਸਾਰਿਆਂ ਦਾ ਕਿਰਿਆ 'ਚ ਫਰਕ ਹੈ, ਪਰ ਧੇ ਸਾਰਿਆਂ ਦਾ ਇੱਕ ਹੈ, ਨਿਸ਼ਾਨਾ ਇੱਕ ਹੈ। ਇੱਦਾਂ ਹੀ ਦਾ ਦ੍ਰਿਸ਼ਟਾਂਤ, ਹੁਣ ਦ੍ਰਿਸ਼ਟਾਂਤ ਮਾਤਰ ਸੁਣੋ। ਜਿਸ ਤਰੀਕੇ 6 ਬਾਹਰੀ ਤੌਰ 'ਤੇ ਦੇਖਣ ਨੂੰ ਵੱਖਰੇ ਲੱਗਦੇ ਕੰਮ ਇੱਕ ਦਾ ਹੀ ਕਰਦੇ, ਇੱਦਾਂ ਹੀ 6 ਸ਼ਾਸਤਰਾਂ ਨੂੰ ਲਾ ਲਓ। ਕੋਈ ਕਿਸੇ ਤਰੀਕੇ ਤੋਂ ਗੱਲ ਕਰ ਰਿਹਾ ਹੈ, ਯੋਗ ਮਤ ਦੀ ਗੱਲ ਕਰ ਲਈਏ, ਉਹ 5 ਸਰੀਰਾਂ ਦੀ ਗੱਲ ਕਰਦਾ, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼ ਦੀ ਗੱਲ ਕਰਦਾ। ਅਗਰ ਅਵਸਥਾਵਾਂ ਦੀ ਗੱਲ ਕਰ ਲਈਏ, ਉਹ ਹੌਲੀ ਹੌਲੀ ਲੈ ਕੇ ਜਾਂਦਾ ਹੈ। ਉਹ ਕਹਿੰਦਾ ਪਹਿਲੀ ਅਵਸਥਾ ਤੇਰੀ ਜਾਗਰਤ ਹੈ, ਦੂਜੀ ਹੈ ਸੁਪਨ ਹੈ, ਤੀਜੀ ਹੈ ਸੁਖੋਪਤ ਹੈ। ਫਿਰ ਜਾ ਕੇ ਉਹ ਜਿਹੜੀਆਂ ਧਿਆਨ, ਧਾਰਨਾ, ਸਮਾਧੀ ਇਤਿਆਦਿਕ, ਪ੍ਰਾਣਾਯਾਮ ਇਤਿਆਦਿਕ, ਯਮਨੇਮ ਇਤਿਆਦਿਕ ਜਿਹੜੇ ਅੱਗੇ 10 ਹਨ, ਫਿਰ ਅੱਗੇ ਦੀ ਅੱਗੇ ਕਈ ਬਣ ਜਾਂਦੇ ਆ। ਕਾਫੀ ਲੰਮਾ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਜੀ ਦਾ ਬਹੁਤ ਵਿਸਥਾਰ ਕੀਤਾ ਗੁਰੂ ਕਵੀ ਸੰਤੋਖ ਸਿੰਘ ਹੁਣਾਂ ਨੇ। ਫਿਰ ਉਹ ਸੰਕਲਪਾਂ ਦੀ ਗੱਲ ਕਰਦੇ ਆ, ਵਿਕਲਪਾਂ ਦੀ ਗੱਲ ਕਰਦੇ ਆ, ਨਿੰਦਰਾ ਦੀ ਗੱਲ ਕਰਦੇ ਆ, ਉੱਧਰ ਨੂੰ ਚਲੇ ਜਾਂਦੇ ਆ। ਵੇਦਾਂਤ ਵਾਲੇ ਸਾਰੀਆਂ ਚੀਜ਼ਾਂ ਨੂੰ ਆ ਵੀ ਨਹੀਂ ਤੂੰ, ਆ ਵੀ ਨਹੀਂ ਤੂੰ, ਆ ਵੀ ਨਹੀਂ ਤੂੰ, ਆ ਵੀ ਨੇਤ ਨੇਤ ਨੇਤ, ਇਹ ਵੀ ਨਹੀਂ। ਫਿਰ ਜਾ ਕੇ ਤੂੰ ਉਹ ਹੈ। ਜਾਣਾ ਸਾਰਿਆਂ ਨੇ ਆਤਮਾ 'ਤੇ ਹੈ, ਕਿਸੇ ਨੇ ਕਿਸੇ ਤਰੀਕੇ, ਕਿਸੇ ਨੇ ਕਿਸੇ ਤਰੀਕੇ, ਕਿਸੇ ਨੇ ਕਿਸੇ ਤਰੀਕੇ। ਇਉਂ ਮਹਾਰਾਜ ਕਹਿਣ ਲੱਗੇ ਗੁਰ ਗੁਰ ਏਕੋ। ਇਹਨਾਂ ਗੁਰੂਆਂ ਦਾ, ਇਹਨਾਂ ਰਚੇਤਿਆਂ ਦਾ, ਸ਼ਾਸਤਰਾਂ ਦੇ, ਇਹਨਾਂ ਦਾ ਗੁਰੂ ਇੱਕੋ ਹੀ ਹੈ, ਉਹ ਹੈ ਪਰਮਾਤਮਾ। ਜਾਂ ਗੁਰ ਗੁਰ ਏਕੋ। ਇਹਨਾਂ 6 ਦਾ ਗੁਰੂ ਵਿਆਸ ਹੈ। 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹੋਗੇ, ਉਹਦੇ 'ਚ ਆਉਂਦਾ ਕਿ ਇਹ ਵਿਆਸ ਰਿਸ਼ੀ ਦੇ ਹੀ ਕਹਿ ਲਓ ਕਿ ਉਹਦੇ ਹੀ ਹਿੱਸੇ ਸਨ। ਉਹਨੇ ਹੀ ਇਹ 6 ਸ਼ਾਸਤਰ ਅੱਗੇ ਦੀ ਅੱਗੇ ਉਹਦੇ 'ਚ ਹੀ ਰਚੇ ਗਏ ਆ। ਇਹ ਵੇਸ ਅਨੇਕ, ਵੇਸ਼ ਬਾਹਰੀ ਪਹਿਰਾਵਾ ਅਨੇਕ ਹੋਣਗੇ, ਵੱਖਰੇ ਹੋਣਗੇ, ਪਰ ਉਂਝ ਜਦੋਂ ਪੜ੍ਹਨ ਲੱਗ ਜਾਓ, ਵੇਖਣ ਲੱਗ ਜਾਓ, ਤਾਂ ਲਿਜਾਣਾ ਸਾਰੇ ਹੀ ਉੱਥੇ ਚਾਹੁੰਦੇ ਆ। ਹੋਰ ਤੇ ਹੋਰ ਈਸ਼ਵਰ ਦੀ ਗੱਲ ਇਹਨਾਂ ਨੇ ਤਾਂ ਕਰਨੀ ਓ ਕਰਨੀ। ਮੈਂ ਹੈਰਾਨ ਹੋ ਗਿਆ, ਇੱਕ ਸ਼ਾਸਤਰ ਹੈ ਅਤੇ ਜਿਹੜਾ ਬਿਲਕੁਲ ਨਾਸਤਕ ਮਤ ਹੈ, ਸਾਨੂੰ ਸਬਜੈਕਟ ਵਿੱਚ ਸੀ, ਬਿਲਕੁਲ ਜਣੀ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ। ਪਰ ਜਦੋਂ ਉਹਨੂੰ ਪੜ੍ਹਨਾ ਸ਼ੁਰੂ ਕੀਤਾ, 4 ਵਾਕ ਉਹਦਾ ਨਾਮ ਹੈ। ਜਦੋਂ ਮੈਂ ਪੜ੍ਹਿਆ, ਉਹਦੇ ਵਿੱਚ ਵੀ ਇਹੀ ਲਿਖਿਆ ਹੋਇਆ ਵੀ ਇਹ ਜਿਹੜਾ ਗ੍ਰੰਥ ਹੈ ਨਾ, ਇਹ ਮੁਕਤੀ ਵਾਸਤੇ ਹੈ, ਮੋਕਸ਼ ਵਾਸਤੇ ਹੈ। 4 ਵਾਕ। ਤੁਸੀਂ ਹੋਰ ਹੈਰਾਨ ਰਹਿ ਜਾਓਗੇ। ਵੈਸੇ ਤਾਂ ਹਲਕਾ ਹੋ ਗਿਆ ਸਾਡਾ ਮਿਹਦਾ ਥੋੜ੍ਹਾ ਜਿਹਾ ਅੱਜ। ਮੈਂ ਜਦ ਨਿਗਾਹ ਮਾਰਦਾ ਨਾ ਸਾਰੇ ਮਤ ਮਤਾਂਤਰਾਂ ਨੂੰ ਪੜ੍ਹਦਾ, ਅਤੇ ਉਹਨਾਂ ਦੇ ਫੋਲੋ ਕਰਨ ਵਾਲਿਆਂ ਨੂੰ, ਜਾਂ ਉਹਦੇ ਮੁਹੰਮਡਨ ਲੋਕਾਂ ਨੂੰ, ਈਸਾਈ ਲੋਕਾਂ ਨੂੰ, ਜਾਂ ਹਿੰਦੂਇਜ਼ਮ ਦੇ ਮੰਨਣ ਵਾਲਿਆਂ ਨੂੰ ਦੇਖਦਾ, ਅਤੇ ਦੂਜੇ ਪਾਸੇ ਇਹਨਾਂ ਸਾਰਿਆਂ ਦੇ ਬਰਾਬਰ ਸਿੱਖਾਂ ਨੂੰ ਵੇਖਦਾ। ਭਾਵੇਂ ਸਾਡੇ ਵਾਲੇ ਆਪਣੇ ਆਪ ਨੂੰ ਅਪਡੇਟ ਕਹਾਉਂਦੇ ਆ, ਅਪਗ੍ਰੇਡ ਕਹਾਉਂਦੇ ਆ, ਪਰ ਜਿੰਨੇ ਹਲਕੇ ਅਸੀਂ ਬੰਦੇ ਪੈ ਗਏ ਆ ਪਤਲੇ, ਮਤਲਬ ਜਣੀ ਕਹਿ ਲਓ ਕਿ ਜਿੰਨੇ ਹੋਸ਼ੇਪਣ 'ਤੇ ਅਸੀਂ ਆ ਗਏ ਆ, ਕੋਈ ਨਹੀਂ ਆਇਆ। ਸਾਨੂੰ ਆਪਣੇ ਗੁਰੂ ਦੀਆਂ ਗੱਲਾਂ 'ਤੇ ਵੀ ਯਕੀਨ ਨਹੀਂ। ਕਿਤੇ ਥੋੜ੍ਹੀ ਜਿਹੀ ਗੱਲ ਕਿਤੇ ਸਾਨੂੰ ਸਮਝ ਨਾ ਲੱਗੇ, ਉਹਦੀ ਤੜਫੁੱਟਦਿਆਂ ਵੀ ਹਾਏ ਆਹ ਕਿਹੜੀ ਸਿਧਾਂਤ 'ਤੇ ਟੁੱਟ ਗਿਆ ਪਤਾ ਨਹੀਂ। ਇੰਨਾ ਮਾੜਾ ਹਾਲ ਹੈ ਸਾਡਾ ਕਿ ਗਿਆਨ ਦੇ ਅਸੀਂ ਨੇੜੇ ਦੀ ਵੀ ਨਹੀਂ ਲੰਘ ਕੇ ਰਾਜੀ। ਪਰ ਮੈਂ ਵੇਖਦਾ ਕਿ
ਜੇਕਰ ਕਿਤੇ ਤੁਹਾਨੂੰ ਕਈ ਗੱਲਾਂ ਪੜ੍ਹਨ ਪੜ੍ਹਾਉਣ ਵਾਲੀਆਂ ਦੱਸ ਦਈਏ, ਤੁਸੀਂ ਤਾਂ ਉੱਦਾਂ ਹੀ ਇੱਦਾਂ ਮੂੰਹ ਵੱਲਾਂ ਚੱਕੀ ਜਾਓਗੇ ਵੀ ਇਹ ਗੱਲਾਂ ਕੀ ਕਰੀ ਜਾਂਦੇ। ਚਲੋ ਮੈਂ ਜਿਹੜੀ ਹੁਣ ਗੱਲ ਦੱਸਣੀ ਚਾਹੁੰਦਾ, ਉਦੋਂ ਤਾਂ ਮੈਂ ਗੱਲ ਆਖੀ ਵੀ ਭਾਰੀ ਗੱਲ ਆਖ ਰਿਹਾ ਮੈਂ, ਸਮਝ ਜਾਇਓ, ਹੋਰ ਪਾਸੇ ਨਾ ਲੈ ਜਾਏ। ਹਰੇਕ ਗ੍ਰੰਥ ਈਸ਼ਵਰ ਦੀ ਗੱਲ ਕਰ ਰਿਹਾ ਹੈ, ਪਰਮਾਤਮਾ ਦੀ। ਹੋਰ ਤੇ ਹੋਰ ਛੱਡ ਦਿਓ, ਨਾਸਤਿਕਾਂ ਦੀਆਂ ਤੁਸੀਂ, ਮੇਰੇ ਕੋਲ ਕਾਫੀ ਸਾਰੀਆਂ ਕਿਤਾਬਾਂ ਨਾਸਤਿਕਾਂ ਦੀਆਂ ਜਿਹੜੇ ਨਹੀਂ ਮੰਨਦੇ ਰੱਬ ਨੂੰ, ਪਰਮਾਤਮਾ ਨੂੰ। ਉਹ ਭਰਾਵੋ, ਰੱਬ ਨੂੰ ਨਾ ਮੰਨਣ ਵਾਲੇ ਦੇ ਗ੍ਰੰਥਾਂ 'ਚ ਵੀ ਰੱਬ ਰੱਬ ਥਾਂ ਥਾਂ 'ਤੇ ਲਿਖਿਆ ਪਿਆ ਵੀ ਹੁੰਦਾ ਨਹੀਂ, ਰੱਬ ਹੁੰਦਾ ਨਹੀਂ। ਉਨੀ ਵਾਰ ਸ਼ਾਇਦ ਆਸਤਿਕ ਗ੍ਰੰਥਾਂ 'ਚ ਨਹੀਂ ਲਿਖਿਆ ਹੋਇਆ, ਮਤਲਬ ਮੰਨਣ ਵਾਲੇ ਗ੍ਰੰਥਾਂ 'ਚ ਨਹੀਂ ਲਿਖਿਆ ਵੀ ਰੱਬ ਹੈ, ਜਿੰਨਾ ਉਹਨਾਂ ਨੇ ਜ਼ੋਰ ਲਾ ਰੱਖਿਆ ਵੀ ਹੈ ਨਹੀਂ, ਪਰ ਚਰਚਾ ਫਿਰ ਵੀ ਰੱਬ 'ਤੇ ਆ। ਅਤੇ ਮੈਂ ਜਿਹੜੀ ਗੱਲ ਕਰ ਰਿਹਾ, ਇੱਕ ਸਾਡੇ ਭਾਰਤ ਵਰਸ਼ ਦੇ ਸਾਹਿਤ ਦੇ ਅੰਦਰ, ਮਤਲਬ ਲੋਕਾਂ ਨੇ ਸਾਡੇ ਵਾਲਿਆਂ ਵਾਂਗੂ ਨਹੀਂ, ਪਾੜ ਦਿਓ ਜੀ, ਅੱਗ ਲਾ ਦਿਓ ਜੀ, ਸੁੱਟ ਦਿਓ ਜੀ, ਉਹ ਕਰ ਦਿਓ, ਵਾਹ ਕਰ ਦਿਓ, ਐਦਾਂ ਨਹੀਂ ਹੈ। ਸਾਂਭ ਕੇ ਰੱਖਿਆ ਹੋਇਆ ਇੱਕ ਗ੍ਰੰਥ ਹੈ ਬੜਾ ਸੋਹਣਾ, ਕਾਮ ਸੂਤਰ ਦਾ ਗ੍ਰੰਥ ਦਾ ਨਾਮ ਹੈ। ਸਾਡੇ ਵਾਲੇ ਬੰਦੇ ਤਾਂ ਉੱਦਾਂ ਹੀ ਨਾਮ ਸੁਣ ਕੇ ਹੀ ਹਫਲ ਜਾਂਦੇ, ਪਤਾ ਨਹੀਂ ਇਹ 'ਚ ਕੀ ਹੋਣਾ, ਪਤਾ ਨਹੀਂ ਇਹਦੇ 'ਚ ਕੀ ਹੋਣਾ, ਅਤੇ ਕੀ ਕੁਝ ਕਹਿ ਦਿੰਦੇ ਆ। ਪਰ ਜਦੋਂ ਉਹ ਵੀ ਸਾਨੂੰ ਸਬਜੈਕਟ 'ਚ ਸੀਗਾ, ਕਿਉਂਕਿ ਯੂਨੀਵਰਸਿਟੀ ਦਾ ਸਬਜੈਕਟ ਸੀ, ਉਹਦੇ 'ਚ ਪੜ੍ਹਨਾ ਪਿਆ ਸਾਨੂੰ, ਅਤੇ ਫਿਰ ਪਤਾ ਲੱਗਿਆ ਚੀਜ਼ ਦਾ। ਉਹਦੇ ਵਿੱਚ ਬਹੁਤ ਵਧੀਆ ਗੱਲਾਂ ਨੇ, ਜੀਵਨ ਜਿਉਣ ਦੀਆਂ ਗੱਲਾਂ ਨੇ ਦੱਸੀਆਂ ਗਈਆਂ ਨੇ, ਕਿਵੇਂ ਜੀਵਨ ਜਿਉਣਾ ਹੈ। ਇੱਕ ਵਿਆਹਤਾ ਇਸਤਰੀ ਦਾ ਕੈਸਾ ਜੀਵਨ ਹੈ, ਇੱਕ ਕਹਿ ਲਓ ਕਿ ਕੁਆਰਾ ਬੰਦਾ ਹੈ ਜਿਹਨੂੰ ਬ੍ਰਹਮਚਰਜ ਅਵਸਥਾ ਕਹਿੰਦੇ, ਉਹ ਕਿਸ ਤਰ੍ਹਾਂ ਰਵੇ। ਨੀਤੀਆਂ ਹਨ, ਜੀਵਨ ਜਿਉਣ ਦੇ ਬੜੇ ਢੰਗ ਹਨ, ਅਤੇ ਹੋਰ ਵੀ ਕਈ ਸਾਰੀਆਂ ਉਹਦੇ ਵਿੱਚ ਗੱਲਾਂ ਹਨ। ਆਪਣੇ ਨਾਮ ਦੇ ਨਾਲ ਜਿੱਥੇ ਉਹ ਇਨਸਾਫ ਕਰਦਾ, ਉੱਥੇ ਦੁਨੀਆ ਦਾ ਹੋਰ ਬਹੁਤ ਸਾਰਾ ਗਿਆਨ ਉਹ ਦਿੰਦਾ ਹੈ। ਉਹਦੇ ਉਸ ਗ੍ਰੰਥ 'ਚ ਵੀ ਜਦੋਂ ਮੈਂ ਪੜ੍ਹਿਆ ਤਾਂ ਹੈਰਾਨ ਇਸ ਕਰਕੇ ਹੋ ਗਿਆ। ਉਹ ਗ੍ਰੰਥ ਹੈ ਜਿਹੜਾ, ਉਹ 'ਚ ਵੀ ਇਹ ਲਿਖਿਆ ਵੀ ਇਹ ਗ੍ਰੰਥ ਹੈ ਜਿਹੜਾ ਨਾ, ਇਹ ਮੋਕਸ਼ ਦੀ ਪ੍ਰਾਪਤੀ ਕਰਾਉਂਦਾ, ਮੁਕਤੀ ਦਿੰਦਾ ਹੈ। ਇਹ ਲਿਖਣ ਦਾ ਕਾਰਨ ਇਹ ਹੈ, ਵਾਤਸਾਇਨ ਰਿਸ਼ੀ ਦਾ ਲਿਖਿਆ ਹੋਇਆ, ਕਿ ਇਹਨੂੰ ਪੜ੍ਹ ਕੇ ਬੰਦਾ ਮੁਕਤ ਹੋ ਜਾਏ, ਇਹਨਾਂ ਝੰਜਟਾਂ 'ਚੋਂ ਨਿਕਲ ਜਾਏ। ਮੈਂ ਸੋਚਦਾ ਵੀ ਜਦ ਸਾਰੇ ਹੀ ਗ੍ਰੰਥ ਪ੍ਰਯੋਜਨ ਇਹਨਾਂ ਦਾ ਮੁਕਤੀ ਹੋਣ ਦਾ, ਅਤੇ ਅਸੀਂ ਲੜੀ ਕਿਉਂ ਜਾਂਦੇ ਹਾਂ ਫਿਰ? ਕਾਰਨ ਅਸੀਂ ਤੱਤ ਦੀ ਸਾਰ ਨਹੀਂ ਜਾਣਦੇ। ਗੁਰੂ ਅਮਰਦਾਸ ਨੇ ਬਾਣੀ 'ਚ ਲਿਖਿਆ, ਸਿਮਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਵਾਜੋ, ਤੱਤੈ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਾ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਹਰੀ ਲਿਵ, ਪਰਮਾਤਮਾ ਦਾ ਨਾਮ ਸਿਮਰਨ ਸਾਡੇ ਪੱਲੇ ਨਹੀਂ, ਅਤੇ ਜਦੋਂ ਸਾਡਾ ਸਿਮਰਨ ਵੱਲ ਫੋਕਸ ਨਹੀਂ, ਅਸੀਂ ਜਿਹੜੀ ਚੀਜ਼ ਨੂੰ ਫੜਦੇ ਹਾਂ ਉਹਦੇ ਅਨੁਸਾਰ ਹੀ ਉਹ ਤੁਰਦੇ ਹਾਂ। ਪਰ ਗੁਰੂ ਕਾ ਸਿੱਖ ਨਾਮ ਪਰਾਇਣ ਹੋਵੇ, ਬਾਣੀ ਦੇ ਆਸਰੇ ਹੋਵੇ, ਸਿਮਰਨ ਵਾਲਾ ਹੋਵੇ, ਦੁਨੀਆ ਦਾ ਜਿਹੜਾ ਮਰਜ਼ੀ ਗ੍ਰੰਥ ਚੱਕ ਕੇ ਉਹਨੂੰ ਫੜਾ ਦਿਓ, ਉਹਦੇ ਵਿੱਚੋਂ ਕੰਮ ਦੀਆਂ ਚੀਜ਼ਾਂ ਕੱਢ ਲਏਗਾ, ਆਪਣੇ ਕੰਮ ਦੀਆਂ। ਗੁਰੂ ਮਹਾਰਾਜ ਕਹਿੰਦੇ, ਬਹੁ ਸਿਮਰਤ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਗੁਰੂ ਅਰਜਨ ਦੇਵ ਜੀ ਕਹਿੰਦੇ, ਮੈਂ ਬਹੁਤ ਸਾਰੇ ਸ਼ਾਸਤਰ, ਬੜੀਆਂ ਸਾਰੀਆਂ ਸਿਮਰਤੀਆਂ ਟੋਲ ਟੋਲ ਕੇ ਵੇਖੀਆਂ ਨੇ। ਢੰਡੋਲ ਜਾਣੀ ਪੜ੍ਹ ਪੜ੍ਹ ਵੇਖੀਆਂ ਨੇ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਅਨਮੋਲ ਦੱਸਦੇ ਆ। ਉਹ ਕਹਿੰਦੇ ਆ ਵੀ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ। ਅਗਰ ਪਰਮਾਤਮਾ ਦੀ ਸ਼ਰਨ ਪੈ ਜਾਈਏ, ਉਹ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਹਾਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਆਹ ਕੁਝ ਕਰਕੇ ਜੇ ਪੰਜਾਂ 'ਚ ਫਸਿਆ ਰਿਹਾ ਤੇ ਹਉਮੈ ਨੂੰ ਪੱਠੇ ਪਾਣੇ ਆ। ਪਿਆਰੇ, ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਸ਼ਾਸਤਰਾਂ ਦੇ ਪਾਠ ਵੀ ਪੜ੍ਹੇ ਸਾਰਾ। ਇਸ ਕਰਕੇ ਸਾਰੇ ਦੇ ਸਾਰੇ ਇੱਕੋ ਹੀ ਗੱਲ ਕਹਿੰਦੇ, ਪਰ ਤੂੰ ਮੰਨਦਾ ਨਹੀਂ। ਮਹਾਰਾਜ ਕਹਿੰਦੇ, ਚਾਰ ਪੁਕਾਰੈ ਨਾ ਤੂੰ ਮੰਨੈ। ਚਾਰ ਵੇਦ ਵੀ ਇੱਕੋ ਹੀ ਗੱਲ ਕਹਿੰਦੇ, ਸ਼ਾਮ, ਰਿਗ, ਯਜੁਰ, ਅਥਰਵਣ। ਚਾਰ ਪੁਕਾਰੈ ਨਾ ਤੂੰ ਮੰਨੈ, ਖਟ ਪੀ
ਏਕਾ ਬਾਤ ਵਖਾਨੈ। ਖਟ ਛੇ ਸ਼ਾਸਤਰ ਵੀ ਇੱਕੋ ਹੀ ਗੱਲ ਕਹਿੰਦੇ, ਇੱਕ ਦੀ ਗੱਲ ਕਹਿੰਦੇ ਆ। 10 ਅਸ਼ਟੀ ਮਿਲ ਏਕੋ ਕਹਿਆ। 10 ਅਸ਼ਟੀ 10 ਤੇ 8 18 ਪੁਰਾਣ ਵੀ ਮਿਲ ਕੇ ਇੱਕ ਦੀ ਗੱਲ ਕਹਿੰਦੇ ਆ। 10 ਅਸ਼ਟੀ ਮਿਲੇ ਕੋ ਕਹਿਆ। ਤਾਪੀ ਜੋਗੀ ਭੇਦ ਨ ਲਹਿਆ। ਉਹ ਜੋਗੀਆ ਤੈਨੂੰ ਸਮਝ ਨਹੀਂ ਆ ਰਹੀ, ਤੂੰ ਭੇਦ ਦੀ ਗੱਲ ਨਹੀਂ ਜਾਣ ਰਿਹਾ। ਉਹ ਤਾਂ ਸਾਰੇ ਹੀ ਵੱਖੋ ਵੱਖਰੇ ਹੋਣ ਦੇ ਬਾਵਜੂਦ ਉਹਨਾਂ ਦਾ ਗੁਰੂ ਇੱਕ ਹੈ, ਇੱਕ ਦੀ ਉਹ ਗੱਲ ਕਰਦੇ ਆ। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਗੁਰੂ ਬਾਬਾ ਜੀ ਸਮਝਾਰੇ, ਜਿਸ ਘਰ ਵਿੱਚ ਕਰਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਹੈ, ਵਡਿਆਈ ਹੈ ਉਹਦੀ, ਉਹ ਗੱਲ ਜਿਹਦੇ ਵਿੱਚ ਉਹਦੇ ਨਾਲ ਜੁੜਨ ਦੀ ਗੱਲ ਹੈ। ਬੜਾ ਕੁਝ ਦੁਨੀਆ 'ਤੇ ਪਿਆ, ਬਹੁਤ ਕੁਝ ਪੜ੍ਹਨ ਨੂੰ ਪਿਆ, ਪੜ੍ਹਿਆ ਵੀ ਜਾ ਸਕਦਾ, ਲੋਕੀ ਪੜ੍ਹਦੇ ਵੀ ਹੈ, ਪਰ ਜ਼ਰੂਰੀ ਨਹੀਂ ਹੁੰਦਾ ਸਾਰਾ ਕੁਝ ਹੀ ਧਾਰਨ ਕੀਤਾ ਜਾ ਸਕਦਾ ਹੈ ਜਾਂ ਕਰ ਲੈਣਾ ਚਾਹੀਦਾ। ਕੋਈ ਨਾ ਕੋਈ ਕਿਤੇ ਨਾ ਕਿਤੇ ਤਾਂ ਕੋਈ ਗੱਲ ਪਈ ਹੋਵੇ। ਸਾਨੂੰ ਪੜ੍ਹਾਇਆ ਚਾਣਕਿਆ ਸ਼ਾਸਤਰ ਜਦੋਂ ਸੰਸਕ੍ਰਿਤ 'ਚ ਪੜ੍ਹੋਗੇ, ਪਹਿਲਾਂ ਤਾਂ ਸਾਨੂੰ ਬ੍ਰਿਜ ਭਾਸ਼ਾ 'ਚ ਪੜ੍ਹਾਇਆ ਸੀ ਕਵੀ ਸੈਨਾਪਤ ਜੀ ਦਾ। ਜਦੋਂ ਉਹ ਪੜ੍ਹਿਆ ਉਦੋਂ ਹੀ ਬੜਾ ਵਧੀਆ ਐਂ ਲੱਗਦਾ ਸੀ ਵੀ ਇਹ ਪੜ੍ਹਾਂਗੇ। ਜਦੋਂ ਪੜ੍ਹਿਆ ਉਦੋਂ ਬੜੀਆਂ ਛਾਲਾਂ ਮਾਰਦੇ ਸੀ, ਬਹੁਤ ਕੁਛ ਪੜ੍ਹ ਲਿਆ ਪਤਾ ਨਹੀਂ। ਫਿਰ ਜਦੋਂ ਮੈਂ ਇਹਦਾ ਮੂਲ ਦੇਖਿਆ ਤੇ 3 ਭਾਗਾਂ ਦੇ ਵਿੱਚ ਕੁਟਲਿਆ ਸ਼ਾਸਤਰਮ ਸੰਸਕ੍ਰਿਤ ਦਾ ਗ੍ਰੰਥ ਹੈ ਤੇ 3 ਭਾਗਾਂ ਵਿੱਚ ਹੈ। ਫਿਰ ਮੈਨੂੰ ਜਾ ਕੇ ਚੌਖੰਬਾ ਬਨਾਰਸ ਤੋਂ ਮਿਲਿਆ, ਫਿਰ ਉਹ ਲਿਆਂਦਾ। ਉਹਦੇ ਵਿੱਚ ਹੋਰ ਵੀ ਬਹੁਤ ਵਿਸਥਾਰ ਹੈ। ਉਂਝ ਹੁਣ ਤੱਕ ਇਹੀ ਲੱਗਦਾ ਸੀ, ਹੁਣ ਤੱਕ ਹੀ ਜਦੋਂ ਤੱਕ ਪੜ੍ਹਿਆ ਨਹੀਂ ਸੀ, ਐਂ ਲੱਗਦਾ ਸੀ ਪਤਾ ਨਹੀਂ ਨੀਤੀ ਕੋਈ ਇਸ ਤਰ੍ਹਾਂ ਦੀ ਗੱਲ ਹੈ ਵੀ ਬੰਦਾ ਇਹਨੂੰ ਪੜ੍ਹ ਕੇ ਐਂ ਸਮਝਿਆ ਜਾਂਦਾ ਚਾਣਕਿਆ ਰਾਜਨੀਤੀ ਨਾਲ ਸੰਬੰਧਿਤ ਗ੍ਰੰਥ ਹੈ। ਰਾਜਨੀਤੀ ਜਿਹੜੀ ਤੁਹਾਡੇ ਜੀਵਨ ਵਿੱਚ ਬਾਹਰੀ ਤੌਰ 'ਤੇ ਜਿੱਦਾਂ ਤੁਸੀਂ ਵਿਚਰਦੇ, ਇਹ ਰਾਜਨੀਤੀ ਹੋਇਆ। ਤੁਸੀਂ ਮੇਰੇ ਨਾਲ ਗੱਲ ਕਰਦੇ, ਮੈਂ ਤੁਹਾਡੇ ਨਾਲ ਗੱਲ ਕਰਦਾ, ਇਹ ਰਾਜਨੀਤੀ ਹੋਇਆ। ਇੱਕ ਦੂਜੇ ਨਾਲ ਸੰਬੰਧ ਜੋੜਨਾ, ਜਿਹੜੀ ਅੰਦਰ ਦੀ ਗੱਲ ਹੈ ਉਹ ਅਧਿਆਤਮ ਦੀ ਗੱਲ ਹੈ। ਤੁਹਾਡੇ ਮਨ ਦੀ, ਬੁੱਧ ਦੀ, ਤੁਹਾਡੇ ਗਿਆਨ ਇੰਦਰੀਆਂ ਦੀ, ਕਰਮ ਇੰਦਰੀਆਂ ਦੀ, ਤੁਹਾਡੇ ਅੰਦਰ ਦੀ ਅੰਤःਕਰਨ ਦੀ ਜਿਹੜੀ ਗੱਲ ਹੈ ਉਹ ਸਾਰੀ ਤੁਹਾਡੀ ਆਪਣੀ ਹੈ। ਜਦੋਂ ਦੂਜਾ ਵਿੱਚ ਇਨਵੋਲਵ ਹੋ ਗਿਆ, ਦੂਜੇ ਨਾਲ ਗੱਲ ਕੀਤੀ, ਉਹਦੇ ਵਿੱਚ ਨੀਤੀ ਆ ਗਈ। ਤੁਸੀਂ ਰਾਜਿਆਂ ਵਾਲੀ ਨੀਤੀ ਵਰਤਦੇ ਹੋ ਜਾਂ ਤੁਸੀਂ ਗੁਲਾਮਾਂ ਵਾਲੀ ਨੀਤੀ ਵਰਤਦੇ ਹੋ ਜਾਂ ਤੁਸੀਂ ਨੀਵੇਂ ਪੱਧਰ ਦੀ ਗੱਲ ਕਰਦੇ ਹੋ, ਇਹ ਉਹਦੇ 'ਚ ਲਿਖਿਆ। ਉਹ ਵੀ ਪੜ੍ਹਿਆ ਜਦੋਂ, ਉਹਦੇ 'ਚੋਂ ਬਹੁਤ ਸਾਰੀਆਂ ਚੀਜ਼ਾਂ ਮੈਂ ਹੈਰਾਨ ਰਹਿ ਗਿਆ ਕਿ ਚਾਣਕਿਆ ਵਰਗਾ ਵਿਦਵਾਨ ਐਡਾ ਵੱਡਾ, ਉਹ ਵੀ ਉਹਨੂੰ ਜਿਹਨੂੰ ਕਹਿੰਦੇ ਵੀ ਬਹੁਤ ਮਾੜਾ, ਇੱਦਾਂ ਬਹੁਤ ਕੁਛ ਬਿਨਾਂ ਪੜ੍ਹੀ ਲੋਕਾਂ ਦੀ ਆਦਤ ਹੈ ਫਤਵਾ ਦੇਣ ਦੀ, ਕਿਸੇ ਨੂੰ ਜਾਣਨਾ ਨਹੀਂ, ਕਿਸੇ ਨੂੰ ਮਿਲੇ ਨਹੀਂ, ਉਹਨੂੰ ਕਹਿੰਦੇ ਤਾਂ ਐਵੇਂ ਹੀ ਹੈ ਬੰਦਾ। ਕਦੇ ਮਿਲੇ ਨਹੀਂ, ਕਦੇ ਉਹਦੇ ਵਿਚਾਰ ਨਹੀਂ ਸੁਣੇ, ਕਦੇ ਉਹਦਾ ਕੋਈ ਔਗਣ ਨਹੀਂ ਵੇਖਿਆ, ਉਂਝੇ ਫਤਵਾ ਲਾ ਕੇ ਹੋ ਜਾਣਾ ਤਾਂ ਐਵੇਂ ਹੀ ਆ ਬਸ, ਇਹ ਆਦਤ ਹੈ। ਇੱਦਾਂ ਹੀ ਸਾਡੇ ਦੇਸ਼ ਦੇ ਬੜੇ ਵਿਦਵਾਨਾਂ ਨਾਲ ਹੋਇਆ। ਉਹਨਾਂ 'ਚ ਇੱਕ ਵਿਦਵਾਨ ਚਾਣਕਿਆ ਵੀ ਹੈ, ਉਹਦੇ ਬਾਰੇ ਬਹੁਤ ਕੁਝ ਲੋਕਾਂ ਨੇ ਆਖਿਆ, ਪਰ ਮੈਂ ਜਦੋਂ ਉਸ ਬੰਦੇ ਨੂੰ ਪੜ੍ਹ ਕੇ ਵੇਖਿਆ, ਉਹ ਬੰਦਾ, ਉਹਨੇ 20 ਗੁਣ ਦੱਸੇ ਆ ਵੀ 20 ਗੁਣ ਬੰਦੇ ਨੂੰ ਧਾਰਨ ਕਰਨੇ ਚਾਹੀਦੇ। ਉਹਨੇ ਆਖਿਆ, ਕਹਿੰਦਾ ਗਧੇ ਤੋਂ ਵੀ ਗੁਣ ਲੈਣੇ ਚਾਹੀਦੇ, ਗਧੇ ਤੋਂ, ਕੁੱਤੇ ਤੋਂ ਵੀ ਲੈਣੇ ਚਾਹੀਦੇ, ਕਹਿੰਦਾ ਸ਼ੇਰ ਤੋਂ ਵੀ ਲੈਣੇ ਚਾਹੀਦੇ, ਕਾਂ ਤੋਂ ਵੀ ਗੁਣ ਲੈਣੇ ਚਾਹੀਦੇ। ਉਹਨੇ ਗੱਲ ਆਖੀ 6, ਉਹਨੇ ਦੱਸਿਆ 6 ਨੇ ਇਹ। ਇਹਨਾਂ ਸਾਰਿਆਂ ਤੋਂ ਜਿੰਨੇ ਕੁ ਹੋ ਸਕਦੇ ਬੰਦੇ ਤੋਂ ਗੁਣ ਲੈਣੇ ਚਾਹੀਦੇ ਆ। ਸ਼ੇਰ ਦੀ ਉਹਨੇ ਗੱਲ ਕੀਤੀ, ਕਾਰਜ ਛੋਟਾ ਕਹਿ ਵੱਡਾ ਹੋਏ ਸੋ ਕਰ ਹੀ ਲੈ, ਜਿਉਂ ਕਿਹਰ ਨਿਰਿਆਲ ਸੀ ਮਿਰਗ ਕੋ ਜਾਣ ਨਾ ਦੇ। ਕੰਮ ਛੋਟਾ ਹੋਵੇ ਵੱਡਾ ਹੋਵੇ ਉਹਨੂੰ ਝਟਪਟ ਕਰ ਲਓ। ਜਿਵੇਂ ਸ਼ੇਰ ਮਿਰਗ ਵੱਲ ਨੂੰ ਭੱਜਦਾ ਅਤੇ ਆਲਸ ਨਹੀਂ ਕਰਦਾ, ਫਿਰ ਫੜਦਾ ਤਾਂ ਹੀ ਹੈ। ਇੱਦਾਂ ਹੀ ਬੰਦੇ ਨੂੰ ਆਲਸ ਨਹੀਂ ਕਰਨੀ ਚਾਹੀਦੀ। ਇਹ ਸ਼ੇਰ ਤੋਂ ਗੁਣ ਲੈਣਾ ਚਾਹੀਦਾ। ਉਹਨੇ ਆਖਿਆ ਕੁੱਤੇ ਤੋਂ ਲੈਣਾ ਚਾਹੀਦਾ, ਗਧੇ ਤੋਂ ਗੁਣ ਲੈਣੇ ਚਾਹੀਦੇ ਆ। ਇਹ ਸਾਰੇ ਇਸ ਤਰੀਕੇ ਅਸੀਂ ਸਾਰੇ, ਭਾਵੇਂ ਦੁਨੀਆ ਦੇ ਧਾਰਮਿਕ ਗ੍ਰੰਥ, ਭਾਵੇਂ ਨਾਸਤਿਕ ਮਤ ਵੀ ਪੜ੍ਹਨਾ ਕਈ ਵਾਰੀ ਪੈ ਜਾਏ, ਸਾਡੇ ਅੰਦਰ ਗੁਰਸਿੱਖੋ ਸਾਡੀ ਜਿਹੜੀ ਬਿਰਤੀ ਹੈ ਨਾ, ਉਹ ਹੰਸ ਬਿਰਤੀ ਹੋਣੀ ਚਾਹੀਦੀ ਹੈ। ਹੰਸ ਬਿਰਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ 'ਚ ਆਉਂਦੀ। ਗੁਰੂ ਸਾਹਿਬ ਨੇ ਤੋਂ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ
ਹੰਸ ਕੈਸਾ, ਪਰਮਹੰਸ ਕਿਹਨੂੰ ਕਹਿੰਦੇ ਆ? ਮਹਾਰਾਜ ਕਹਿੰਦੇ ਜਿਹਦੀ ਹੰਸ ਬਿਰਤੀ ਹੋਵੇ। ਹੰਸ ਬਿਰਤੀ ਕੀ ਹੈ? ਹੰਸ ਦੇ ਅੱਗੇ ਦੁੱਧ ਦੇ ਵਿੱਚ ਪਾਣੀ ਮਿਲਾ ਕੇ ਤੁਸੀਂ ਹੰਸ ਦੇ ਅੱਗੇ ਰੱਖ ਦਿਓ ਸਾਧ ਸੰਗਤ। ਹੰਸ ਦੇ ਚੁੰਝ ਨੂੰ ਐਸੀ ਖਟਾਸ ਲੱਗੀ ਹੁੰਦੀ ਆ, ਜਦੋਂ ਹੀ ਉਹ ਪਾਣੀ 'ਚ ਚੁੰਝ ਪਾਉਂਦਾ ਹੰਸ, ਅਤੇ ਉਹਦੀ ਖਟਾਸ ਦੇ ਨਾਲ ਦੁੱਧ ਦੀਆਂ ਬੂਟੀਆਂ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ, ਦੁੱਧ ਫਟ ਜਾਂਦਾ, ਪਨੀਰ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਹੋ ਜਾਂਦਾ। ਉਹ ਪਨੀਰ ਨੂੰ ਖਾ ਲੈਂਦਾ ਅਤੇ ਦੁੱਧ ਨੂੰ ਛੱਡ ਦਿੰਦਾ। ਹੰਸ ਬਿਰਤੀ ਹੈ ਨਾ। ਉਹ ਉੱਥੇ ਮੀਟਰ ਲੈ ਕੇ ਨਹੀਂ ਬਹਿ ਜਾਂਦਾ, ਉੱਥੇ ਦੂਜੀ ਦੇ ਗਲ ਨਹੀਂ ਪੈ ਜਾਂਦਾ, ਉੱਥੇ ਲੋਕਾਂ ਨੂੰ ਭੰਡਣ ਨਹੀਂ ਬਹਿ ਜਾਂਦਾ। ਪਾਣੀ ਦੀ ਆਪਣੀ ਥਾਂ ਹੈ, ਉਹ ਕਿਤੇ ਨਾ ਕਿਤੇ ਕੰਮ ਆਉਂਦਾ ਹੋਏਗਾ। ਆਪਾਂ ਜਦੋਂ ਹੋਰ ਦੁੱਧ ਪਾੜਨਾ ਹੋਵੇ ਅਤੇ ਜਾਗ ਲਾਉਣੀ ਹੋਵੇ ਅਤੇ ਕਈ ਵਾਰ ਜਾਈਦਾ, ਪਾਣੀ ਲੈ ਕੇ ਆਈਦਾ ਕਿ ਦੁੱਧ ਅਸੀਂ ਪਨੀਰ ਬਣਾਉਣਾ, ਪਾਣੀ ਦੇ ਖੱਟਾ ਜਿਹਾ ਪਾਣੀ ਲਿਆਈਦਾ, ਹੋਰ ਕੰਮ ਆਉਂਦਾ। ਹੰਸ ਦੇ ਨਹੀਂ ਕੰਮ ਆਉਂਦਾ, ਕਿਤੇ ਹੋਰ ਜਗ੍ਹਾ ਕੰਮ ਆ ਜਾਂਦਾ। ਅਸੀਂ ਜਾਂਦੇ ਹਾਂ, ਸਾਡੀ ਦ੍ਰਿਸ਼ਟੀ ਵਿੱਚ ਕੋਈ ਚੀਜ਼ਾਂ ਸਾਡੇ ਕੰਮ ਆ ਜਾਂਦੀਆਂ, ਪਰ ਉਹੀ ਚੀਜ਼ ਕਿਸੇ ਹੋਰ ਨੂੰ ਹੋਰ ਪੱਖ ਤੋਂ ਵੇਖਣੀ ਹੁੰਦੀ, ਉਹਨੇ ਹੋਰ ਚੀਜ਼ ਲੈ ਜਾਂਦਾ, ਚੁੱਕ ਕੇ ਹੋਰ ਲੈ ਜਾਂਦਾ। ਇੱਦਾਂ ਨਹੀਂ ਕਿ ਕੁਝ ਨਿਰਾਰਥਕ ਹੈ ਸਾਰਥਕ। ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ, ਕਿਸੇ ਨੂੰ ਕਿਸੇ ਦੀ। ਇੱਦਾਂ ਗੁਰੂ ਕਾ ਸਿੱਖ ਹੈ ਜਿਹੜਾ, ਉਹਦੀ ਦ੍ਰਿਸ਼ਟੀ ਇੰਨੀ ਮਜ਼ਬੂਤ ਮਹਾਰਾਜ ਨੇ ਆਖਿਆ ਹੋਣੀ ਚਾਹੀਦੀ ਹੰਸ ਬਿਰਤੀ, ਕਿ ਚੰਗੀਆਂ ਚੰਗੀਆਂ ਚੀਜ਼ਾਂ ਚੁੱਕ ਲਓ। ਇਹ ਤਾਂ ਨੀਤੀ ਦਾ ਵਚਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਵੀ ਸੈਨਾਪਤ ਹੋਏ ਆ, ਉਹਨਾਂ ਦੇ 3 ਗ੍ਰੰਥ ਸਨ, ਜਿਨ੍ਹਾਂ ਵਿੱਚ ਇੱਕ ਉਹਨਾਂ ਚਾਣਕੇ ਦੀ ਉਹ ਕੀਤੀ, ਗ੍ਰੰਥ ਦੀ ਪੂਰੀ ਜਣੀ ਉਲੱਥਾ ਕੀਤਾ, ਟਰਾਂਸਲੇਸ਼ਨ ਕੀਤੀ। ਇੱਕ ਗੁਰਸ਼ੋਭਾ ਗ੍ਰੰਥ ਉਹਨਾਂ ਮਹਾਰਾਜ ਜੀ ਦੇ, ਗੁਰੂ ਕਲਗੀਧਰ ਮਹਾਰਾਜ ਦੇ ਜੀਵਨ ਦਾ ਲਿਖਿਆ। ਇੱਕ ਹੋਰ ਉਹਨਾਂ ਲਿਖਿਆ ਸੀ, ਉਹਦੇ ਜਿਹੜਾ ਮਹਾਰਾਜ ਗੁਰੂ ਕਲਗੀਧਰ ਮਹਾਰਾਜ ਦਾ ਕਵੀ ਸੀ, 52 ਕਵੀਆਂ ਦੇ ਵਿੱਚੋਂ ਕਵੀ ਸੀ, ਕਵੀ ਸੈਨਾਪਤ, ਉਹਨੇ ਉਹਦੇ ਵਿੱਚ ਲਿਖਿਆ। ਗੁਰੂ ਕਲਗੀਧਰ ਨੇ ਬਚਨ ਵੀ ਕੀਤਾ ਕਿ ਪੜ੍ਹਨਾ ਚਾਹੀਦਾ ਗ੍ਰੰਥ, ਬੜਾ ਵਧੀਆ। ਅਤੇ ਉਹਦੇ ਵਿੱਚ ਉਹਨੇ ਲਿਖਿਆ ਕਿ ਕੰਚਨ ਹੋਏ ਸੋ ਕੀਚ ਮੈਂ, ਬਿਖ ਮੈਂ ਅੰਮ੍ਰਿਤ ਹੋਏ, ਵਿਦਿਆ ਨਾਰੀ ਨੀਚ ਪੈ, ਚਾਰੇ ਲੀਚੈ ਸੋਏ। ਚਿੱਕੜ ਦੇ ਵਿੱਚ ਸੋਨਾ ਡਿੱਗ ਜਾਏ ਅਤੇ ਹੱਥ ਪਾ ਕੇ ਸੋਨਾ ਕੱਢ ਲਈਦਾ, ਹੱਥ ਧੋ ਲਈਦਾ, ਚਿੱਕੜ ਛੱਡ ਦਈਦਾ। ਕੌੜੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਦਵਾਈਆਂ ਖਾਂਦੇ ਹਾਂ ਜੀ, ਉਹਦੇ ਵਿੱਚ ਵੀ ਤੰਦਰੁਸਤੀ ਛੁਪੀ ਹੋਈ ਹੈ। ਜ਼ਹਿਰ ਦੇ ਵਿੱਚ ਵੀ ਅੰਮ੍ਰਿਤ ਹੋਵੇ। ਕੌੜੀਆਂ ਚੀਜ਼ਾਂ ਵੀ ਸਿਹਤ ਨੂੰ ਠੀਕ ਰੱਖਦੀਆਂ ਹਨ ਹੋਣ, ਅਤੇ ਕੌੜੀਆਂ ਚੀਜ਼ਾਂ ਵੀ ਖਾਣੀਆਂ ਪੈਂਦੀਆਂ। ਕਈ ਵਾਰ ਬੁਖਾਰ ਹੋਵੇ, ਗਲੋ ਦੀ ਵੇਲ ਨੂੰ ਉਬਾਲ ਕੇ ਪੀਣਾ ਪੈਂਦਾ ਹੈ। ਕਿਉਂ? ਤਾਂ ਕਿ ਬੁਖਾਰ ਟੁੱਟ ਜਾਏ। ਇੱਦਾਂ ਹੀ ਵਿਦਿਆ ਵੀ, ਅੱਗ ਵੀ, ਕਿਤੇ ਨੀਚ ਕੋਲ ਵੀ ਹੋਵੇ, ਉਹ ਵੀ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਬਾਬਾ ਜੈ ਘਰ ਕਰਤੇ ਕੀਰਤ ਹੋਏ, ਬਾਬਾ ਗੁਰਮੁਖੋ ਜਿਸ ਘਰ ਵਿੱਚ, ਜਿਸ ਸ਼ਾਸਤਰ ਵਿੱਚ, ਜਿੱਥੇ ਕਿਤੇ ਕਰਤੇ ਵਾਹਿਗੁਰੂ ਦੀ ਕੀਰਤੀ ਵਡਿਆਈ ਹੋਵੇ, ਵਾਹਿਗੁਰੂ ਦੀ ਗੱਲ ਹੋਵੇ, ਤੁਹਾਨੂੰ ਅੰਦਰ ਨਾਲ ਜੋੜਦੀ ਹੋਵੇ, ਸੋ ਘਰ ਰਾਖ ਵਡਾਈ ਤੋਏ। ਉਹ ਘਰ, ਉਹ ਸਿਧਾਂਤ, ਉਹ ਸ਼ਾਸਤਰ ਭਾਈ ਵਡਿਆਈ ਦਿੰਦਾ ਹੈ, ਉਹ ਰੱਖ ਲਓ। ਉਹ ਵਡਿਆਈ ਦੇਵੇਗਾ ਤੁਹਾਨੂੰ, ਵੱਡਾ ਹੀ ਕਰੇਗਾ, ਛੋਟਾ ਨਹੀਂ ਕਰੇਗਾ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਅੱਛਾ, ਇਹ ਤਾਂ ਤੁਸੀਂ ਬੜੀ ਸਾਨੂੰ ਇੱਕ ਵੱਖਰਾ ਹੀ ਗਿਆਨ, ਇੱਕ ਵੱਖਰੇ ਪੱਖ ਤੋਂ ਦੇ ਦਿੱਤਾ, ਇਹ ਸਾਰਿਆਂ ਵਿੱਚ ਫਿਰ ਇੱਕ ਦੀ ਉਹ ਗੱਲ ਹੈ? ਮਹਾਰਾਜ ਕਹਿੰਦੇ ਹਾਂ, ਇੱਕ ਦੀ ਉਹ ਹੈ। ਕਿਵੇਂ? ਉਦਾਹਰਨਾਂ ਦਿੱਤੀਆਂ। ਕਹਿੰਦੇ ਜਿਵੇਂ ਸੂਰਜ ਇੱਕ ਹੁੰਦਾ, ਰੁੱਤਾਂ 6 ਹੁੰਦੀਆਂ, 6 ਰੁੱਤਾਂ ਨੇ, ਸੂਰਜ ਇੱਕ ਹੁੰਦਾ। ਇੱਦਾਂ ਹੀ ਦਿਨ ਹੁੰਦੇ, ਪੈਰ ਹੁੰਦੇ, ਥਿੱਤਾਂ ਹੁੰਦੀਆਂ, ਚਸੇ ਹੁੰਦੇ, ਵਿਸ਼ੇ ਹੁੰਦੇ। ਇਹ ਸਾਰੇ ਸੂਰਜ ਨਾਲੇ ਚੱਲਦੇ ਆ। ਜੇ ਸੂਰਜ ਨਾ ਹੋਵੇ ਤਾਂ ਸਾਧ ਸੰਗਤ ਕਿਹਨੇ ਮਹੀਨੇ ਗਿਣਨੇ 30 ਦਿਨਾਂ ਦਾ? ਕਿਉਂਕਿ ਸੂਰਜ ਚੱਲਦਾ ਨਾ, ਸੂਰਜ ਦੇ ਹਿਸਾਬ ਨਾਲ ਜਦੋਂ ਪ੍ਰਿਥਵੀ ਚੱਲਦੀ ਨਾ, ਉਹਦੇ ਹਿਸਾਬ ਨਾਲ ਫਿਰ ਟਾਈਮ ਬੰਨਿਆ ਬੰਦਿਆਂ ਨੇ ਵੀ ਇੰਨੇ ਘੰਟਿਆਂ ਦਾ ਦਿਨ ਹੋ ਗਿਆ, ਇੰਨੇ ਘੰਟਿਆਂ ਦੀ ਰਾਤ ਹੋ ਗਈ, ਇੰਨੇ ਦਿਨਾਂ ਦਾ ਹਫਤਾ ਹੋ ਗਿਆ, ਇੰਨੇ ਥਿੱਤਾਂ ਦੇ 15 ਥਿੱਤਾਂ ਦਾ ਇੱਕ ਪੱਖ ਹੋ ਗਿਆ ਚਾਨਣਾ, 15 ਬਾਕੀ ਦੀਆਂ 15 ਥਿੱਤਾਂ ਦਾ ਹਨੇਰਾ ਪੱਖ ਹੋ ਗਿਆ, 30 ਹੋ ਗਏ। 30 ਦਿਨਾਂ ਦਾ ਇੱਕ ਮਹੀਨਾ ਹੋ ਗਿਆ, 12 ਮਹੀਨਿਆਂ ਦਾ ਇੱਕ ਸਾਲ ਹੋ ਗਿਆ,
12 ਸਾਲਾਂ ਦਾ ਇੱਕ ਕੁੰਭ ਹੋ ਗਿਆ। ਇੱਦਾਂ ਲੋਕ ਮਿਣਦੇ ਨਾ। ਉਹ ਸਾਰਾ ਕੁਝ ਚੱਲਦਾ ਕਾਹਦੇ ਆਸਰੇ ਹੈ? ਇੱਕ ਰੁੱਤ ਗਈ, 2 ਗਈਆਂ, ਸਾਲ ਹੋ ਗਿਆ ਜੀ, ਸਾਲ 'ਚ 6 ਰੁੱਤਾਂ ਗਈਆਂ, ਕਿਤੇ ਕਿਤੇ 4 ਆਉਂਦੀਆਂ, ਕਿਤੇ ਕਿਤੇ 2 ਨੇ, ਕਿਤੇ ਕਿਤੇ ਇੱਕੋ ਹੀ ਆ, ਸਰਦੀ ਹੋ ਪੈਂਦੀ ਆ, ਹੋਰ ਕੁਛ ਹੈ ਹੀ ਨਹੀਂ ਬਾਹਰਲੇ ਮੁਲਕਾਂ 'ਚ। ਕਾਹਦੇ ਆਸਰੇ ਹੈ? ਸੂਰਜ 'ਤੇ। ਪ੍ਰਿਥਵੀ ਜਦੋਂ ਜਾਣੀ ਕਹਿ ਲਓ ਸੂਰਜ ਥੋੜ੍ਹਾ ਜਿਹਾ ਛਿਪ ਜਾਂਦਾ, ਉਹ ਕਿਤੇ ਓਹਲੇ ਹੋ ਜਾਂਦੀ ਹੈ ਪ੍ਰਿਥਵੀ ਤੋਂ, ਉੱਥੇ ਰਾਤ ਹੋ ਜਾਂਦੀ ਹੈ, ਕਿਤੇ ਸਾਹਮਣੇ ਇੱਕ ਸੂਰਜ ਹੈ, ਕਈ ਥਾਈਂ ਉਹਦੇ ਨਾਲ ਰੁੱਤਾਂ ਚੱਲਦੀਆਂ। ਉਹਦੇ ਕਰਕੇ ਹੀ ਸਾਰੀਆਂ ਘੜੀਆਂ ਨੇ, ਪੈਰ ਨੇ, ਥਿੱਤਾਂ ਹਨ, ਵਾਰਾਂ ਹਨ। ਇਸੇ ਤਰੀਕੇ ਹੀ ਵਾਹਿਗੁਰੂ ਹੈ ਤੂੰ ਹੋਵਨਹਾਰ ਹੈ। ਉਹਦੇ ਹੋਣ ਕਰਕੇ ਹੀ ਸਾਰੇ ਮਤ ਮਤਾਂਤਰ ਹਨ। ਕੋਈ ਯੋਗ ਹੈ, ਯੋਗ ਦੇ ਅੱਗੇ 12 ਪੰਥ ਹਨ। ਕੋਈ ਸੰਨਿਆਸੀ ਹੈ, ਕੋਈ ਸਰੇਵੜਾ ਹੈ, ਕੋਈ ਜੈਨੀ ਹੈ, ਕੋਈ ਬੋਧੀ ਹੈ, ਕੋਈ ਆਸਤਿਕ ਹੈ, ਕੋਈ ਨਾਸਤਿਕ ਹੈ, ਕੋਈ ਸਾਧ ਸੰਗਤ ਜੀ ਉਹਨੂੰ ਮੰਨਣ ਵਾਲਾ ਹੈ, ਕੋਈ ਨਹੀਂ ਮੰਨਣ ਵਾਲਾ। ਇਸ ਤਰੀਕੇ ਮਾਰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਨੇ। ਵਿਸੋਏ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੂ ਹੁਆ। ਇਹ ਗੱਲ ਮੈਂ ਤਾਂ ਸਮਝਾਈ ਹੈ ਪੰਕਤੀ ਪੜ੍ਹਨ ਤੋਂ ਪਹਿਲਾਂ, ਕਿਉਂਕਿ ਸਾਡੇ ਵਿਦਵਾਨਾਂ ਨੂੰ ਇੱਕ ਆਦਤ ਪੈ ਗਈ, ਜੇ ਕੋਈ ਚੀਜ਼ ਉਹਨਾਂ ਨੂੰ ਮਾੜੀ ਜਿਹੀ ਪਤਾ ਲੱਗ ਜਾਏ ਨਾ, ਫਿਰ ਉਹਨੂੰ ਇਹ ਘੋਟਣ ਲੱਗ ਜਾਂਦੇ ਆ, ਵਿੱਚੋਂ ਸਿਧਾਂਤ ਤੋੜ ਦਿੰਦੇ ਆ। ਇਸ ਪੰਕਤੀ ਦੇ ਜਿੰਨੇ ਸਿਧਾਂਤ ਤੋੜੇ ਗਏ ਆ, ਮੇਰਾ ਖਿਆਲ ਕਿਤੇ ਹੋਰ ਨੇ ਆਏ ਨਹੀਂ ਹੋਇਆ। ਕਿਵੇਂ? ਇਹ ਪੰਕਤੀ ਦੇ ਵਿੱਚ ਸਿਧਾਂਤ ਕੀ ਆ, ਉਹਨੂੰ ਛੱਡ ਕੇ ਇਸ ਚੀਜ਼ 'ਤੇ ਰਗੜਾ ਚਾੜਨ ਲੱਗ ਜਾਂਦੇ ਆ ਕਿ ਜਿਹੜਾ ਵਿਸਾ ਜੀ ਵਿਸ਼ੂਆ ਉਹਨੂੰ ਕਹਿੰਦੇ ਆ 15 ਵਾਰ ਅੱਖ ਝਪਕਣ ਦਾ ਨਾਂ ਵਿਸਾ ਜੀ, ਜਾਂ 1 ਵਾਰ ਅੱਖ ਝਪਕਣ ਦਾ ਨਾਮ ਵਿਸ਼ਾ ਜੀ, 15 ਵਾਰ ਅੱਖ ਝਪਕਣ ਦਾ ਨਾਮ ਚਸਾ ਜੀ, ਅਤੇ ਫਿਰ ਉਸ ਤੋਂ ਬਾਅਦ ਪਲ ਬਣ ਜਾਂਦੇ ਆ ਜੀ, ਫਿਰ ਘੜੀਆਂ ਬਣ ਜਾਂਦੀਆਂ ਜੀ, ਫਿਰ ਘੜੀਆਂ ਤੋਂ ਫਿਰ ਪੈਰ ਬਣ ਜਾਂਦੇ ਆ ਜੀ, 8 ਪੈਰਾਂ ਦਾ ਫਿਰ ਦਿਨ ਬਣ ਜਾਂਦਾ ਜੀ, ਫਿਰ ਥਿੱਤਾਂ ਬਣ ਜਾਂਦੀਆਂ ਜੀ, 15 ਦਿਨਾਂ ਦੀ ਇੱਕ ਥਿੱਤ ਹੁੰਦੀ ਹੈ, ਫਿਰ 7 ਦਿਨਾਂ ਦਾ ਇੱਕ ਵਾਰ ਬਣ ਜਾਂਦਾ ਜੀ, ਹਫਤਾ, ਫਿਰ ਮਹੀਨਾ ਹੋ ਜਾਂਦਾ ਜੀ। ਠੀਕ ਹੈ, ਇੰਨੀ ਗੱਲ ਹੈ, ਨੌਲੇਜ ਲਈ ਕਾਫੀ ਵਧੀਆ ਗੱਲ ਹੈ। ਪਰ ਇਸੇ ਚੀਜ਼ 'ਤੇ ਹੀ ਘੋਟਾ ਲਾਈ ਜਾਣਾ ਵੀ ਪਤਾ ਨਹੀਂ, ਬਹੁਤ ਅਸੀਂ ਵੱਖਰੀ ਚੀਜ਼ ਤੁਹਾਨੂੰ ਦੇ ਰਹੇ ਹਾਂ, ਇਹ ਨਹੀਂ ਮਤਲਬ ਹੈ। ਠੀਕ ਹੈ, ਨੌਲੇਜ ਲਈ, ਗਿਆਨ ਲਈ ਸਾਨੂੰ ਪਤਾ ਹੋਣਾ ਚਾਹੀਦਾ। ਔਰ ਜਿਵੇਂ ਅੱਜ ਦੇ ਟਾਈਮ ਵਿੱਚ ਅਸੀਂ ਘੰਟੇ ਵੰਡ ਲਏ, ਮਿੰਟ ਵੰਡ ਲਏ, ਸਕਿੰਟ ਵੰਡ ਲਏ, ਇੱਦਾਂ ਚੱਲਦੇ ਆ ਨਾ। 1 ਘੰਟਾ ਮੰਨ ਲੈਂਦੇ ਆਪਾਂ 60 ਮਿੰਟਾਂ ਦਾ, ਫਿਰ 1 ਮਿੰਟ ਮੰਨ ਲੈਂਦੇ ਆਪਾਂ 60 ਸਕਿੰਟਾਂ ਦਾ, ਇੱਦਾਂ ਮੰਨਦੇ ਆ ਨਾ। ਇੱਦਾਂ ਪੁਰਾਣੇ ਟਾਈਮਾਂ ਵਿੱਚ ਟਾਈਮ ਨੂੰ ਮਾਪਣ ਦਾ ਤਰੀਕਾ ਸੀ। ਅੱਖ ਫੁਰਕਣ ਦੇ ਸਮੇਂ ਜਿੰਨਾ ਇੱਕ ਵਿਸਵਾ ਮੰਨ ਲੈਂਦੇ ਸਨ, 15 ਵਿਸਵਾਂ ਦਾ ਇੱਕ ਚਸਾ ਮੰਨ ਲੈਂਦੇ ਸਨ। ਫਿਰ ਅੱਗੇ ਪਲ ਮੰਨ ਲੈਂਦੇ ਸਨ, ਫਿਰ ਜਦੋਂ ਪਲ ਇਕੱਠੇ ਹੋ ਜਾਂਦੇ ਸਨ, ਫਿਰ ਘੜੀ ਮੰਨ ਲੈਂਦੇ ਸਨ। 3 ਕੁ ਘੰਟਿਆਂ ਦਾ ਪੈਰ ਹੋ ਜਾਂਦਾ, ਫਿਰ 8 ਪੈਰਾਂ ਦਾ ਇੱਕ ਦਿਨ ਹੋ ਜਾਂਦਾ, ਫਿਰ 7 ਦਿਨਾਂ ਦਾ ਫਿਰ ਇੱਕ ਹਫਤਾ ਜਿਹਨੂੰ ਕਹਿ ਦਿੰਦੇ ਆ ਉਹ ਹੋ ਜਾਂਦਾ, ਫਿਰ 15 ਦਿਨਾਂ ਦੀ ਇੱਕ ਥਿੱਤ ਹੋ ਜਾਂਦੀ ਹੈ। ਏਕਮ ਦੂਜ ਤੀਜ ਇਤਿਆਦਿਕ, ਚੌਥ ਪੰਚਮੀ ਛਠ ਸੱਤਵੀਂ ਅੱਠੋਂ ਨੌਵੀਂ ਦਸਵੀਂ ਇਕਾਦਸ਼ੀ ਦੁਆਦਸ਼ੀ ਤਰੋਦਸ਼ੀ ਕਹਿ ਲੈਂਦੇ ਆ, ਚੌਦਸ ਜਾਂ 11ਵੀਂ 12ਵੀਂ 13ਵੀਂ 14ਵੀਂ 15ਵੀਂ ਦੇ ਉੱਤੇ ਮੱਸਿਆ ਹੁੰਦੀ ਜਾਂ ਪੂਰਨਮਾਸ਼ੀ ਹੁੰਦੀ। ਇੱਦਾਂ ਫਿਰ ਇਹ 2 ਹੋ ਜਾਣ ਤੇ ਫਿਰ 1 ਮਹੀਨਾ ਬਣ ਜਾਂਦਾ। 30 ਦਿਨਾਂ ਦਾ 1 ਮਹੀਨਾ ਹੈ, 12 ਹੋ ਜਾਣ 1 ਸਾਲ ਬਣ ਜਾਂਦਾ, 12 ਸਾਲਾਂ ਦਾ ਕੁੰਭ ਹੋ ਜਾਂਦਾ। ਫਿਰ ਇੱਦਾਂ ਚੱਲਦਾ। ਇਸ ਤਰੀਕੇ ਮਹਾਰਾਜ ਕਹਿੰਦੇ, ਦੇਖੋ ਹੁਣ ਤਰੀਕਾ, ਹੁਣ ਸਿਧਾਂਤ ਸੁਣ ਲਓ। ਕਹਿੰਦੇ ਭਾਵੇਂ 1 ਪਲ, ਭਾਵੇਂ 15 ਪਲ, ਭਾਵੇਂ ਘੜੀਆਂ, ਭਾਵੇਂ ਪੈਰ, ਭਾਵੇਂ ਥਿੱਤਾਂ, ਭਾਵੇਂ ਵਾਰ, ਭਾਵੇਂ ਮਹੀਨਾ, ਸੂਰਜ ਇੱਕੋ। ਇਹ ਇੱਕ ਸੂਰਜ ਕਰਕੇ ਹੈ। ਜੇ ਸੂਰਜ ਇਹਨਾਂ 'ਚੋਂ ਕੱਢ ਦਿਓ ਤਾਂ ਕੀ ਟਾਈਮ ਨੂੰ ਮਾਪਣ ਦਾ ਕੀ ਤਰੀਕਾ ਹੈ? ਸੂਰਜ ਨਾਲ ਹੀ ਟਾਈਮ ਮਾਪਿਆ ਜਾਂਦਾ। ਸੂਰਜ ਇੱਕੋ ਰੁੱਤ ਅਨੇਕ। ਇਸੇ ਤਰੀਕੇ ਰੁੱਤਾਂ ਹਨ, ਅਨੇਕ ਹਨ, ਇੱਕ ਨਹੀਂ ਕਈ ਹਨ। ਮਹਾਰਾਜ ਨੇ ਇੱਕ ਨਹੀਂ ਆਖਿਆ,
ਪੰਜ ਨਹੀਂ ਆਖਿਆ, 6 ਨਹੀਂ ਆਖਿਆ, 4 ਨਹੀਂ ਆਖਿਆ। ਸੂਰਜ ਇੱਕ ਹੈ, ਅਨੇਕਾਂ ਰੁੱਤਾਂ ਵੱਖੋ ਵੱਖਰੇ ਦੇਸ਼ ਦੀਆਂ, ਕਿਤੇ 4 ਮੰਨਦੇ, ਕਿਤੇ 3 ਮੰਨਦੇ, ਕਿਤੇ 2 ਨੇ, ਕਿਤੇ 6 ਰੁੱਤਾਂ ਨੇ ਸਾਡੇ ਦੇਸ਼ ਵਿੱਚ ਮੰਨਦੇ ਆ। ਸੂਰਜ ਨਾਲ ਚੱਲਦੀਆਂ ਸਾਰੀਆਂ। ਇਸੇ ਤਰੀਕੇ ਨਾਨਕ ਕਰਤੇ ਕੇ ਕੀਤੇ ਵੇਸ, ਇੱਦਾਂ ਕਰਤੇ ਪੁਰਖ ਵਾਹਿਗੁਰੂ ਦੇ ਹੀ ਸਾਰੇ ਵੇਸ਼ ਪਹਿਰਾਵੇ ਹੈ। ਕੋਈ ਉਹਨੂੰ ਕਿਸੇ ਤਰੀਕੇ, ਕੋਈ ਉਹਨੂੰ ਕਿਸੇ ਤਰੀਕੇ, ਕੋਈ ਉਹਨੂੰ ਕਿਸੇ ਤਰੀਕੇ ਸਾਧ ਸੰਗਤ ਬਿਆਨ ਕਰਦਾ ਹੈ, ਉਹਦੇ ਨਾਲ ਜੁੜਿਆ ਹੋਇਆ, ਸਾਰੇ ਉਹਦੀ ਉਹ ਗੱਲ ਕਰਦੇ ਆ। ਇਸ ਕਰਕੇ ਭਾਈ ਬਾਬਾ ਜੈ ਘਰ ਕਰਤੇ ਕੀਰਤ ਹੋਏ। ਗੁਰਮੁਖੋ, ਜਿਸ ਘਰ ਅੰਦਰ, ਸ਼ਾਸਤਰ ਅੰਦਰ ਕਰਤੇ ਪੁਰਖ ਵਾਹਿਗੁਰੂ ਦੀ ਕੀਰਤੀ ਵਡਿਆਈ ਹੋਵੇ, ਸੋ ਘਰ ਰਾਖ ਵਡਾਈ ਤੋਏ। ਉਹ ਘਰ ਨੂੰ ਸਾਧ ਸੰਗਤ ਆਪਣੇ ਹਿਰਦੇ ਸਾਂਭ ਕੇ ਰੱਖੋ। ਉਹ ਤਾਂ ਗੁਰਬਾਣੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਆਵਰ ਨਾ ਕੋਏ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤਾਂ ਬਾਣੀ ਨਾਲ ਚੜੋਗੇ ਤੇ ਫਿਰ ਵਡਿਆਈਆਂ ਹੀ ਹੈ ਭਾਈ। ਫਿਰ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਣਗੇ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਆਖਰੀ ਪੰਕਤੀ ਪੜ੍ਹ